Praise the Lord. Praise the Lord. We have been meditating in the last week about fasting. ਅਸੀਂ ਪਿਛਲੇ ਹਫਤੇ ਉਪਵਾਸ ਤੇ ਮੰਥਨ ਕਰ ਰਹੇ ਸੀ। One thing I want to let you know, there can be prayer without fasting, but there cannot be fasting without prayer. ਇੱਕ ਚੀਜ਼ ਤੋਂ ਮੈਂ ਦੱਸਣਾ ਚਾਹਾਂਗਾ ਕਿ ਪ੍ਰੇਅਰ ਦਾ ਬਿਨਾ ਪ੍ਰਾਰਥਨਾ ਦੇ ਬਿਨਾ ਉਪਵਾਸ ਦੇ ਹੋ ਸਕਦੀ ਹੈ, ਪਰ ਉਪਵਾਸ ਬਿਨਾ ਪ੍ਰਾਰਥਨਾ ਦੇ ਨਹੀਂ ਹੋ ਸਕਦਾ। We have been talking about biblical fasting. ਅਸੀਂ ਪਰਮੇਸ਼ਰ ਦੇ ਵਚਨ ਦੇ ਮਤਲਬ ਵਿੱਚੋਂ ਜੇ ਰੂਹਾਨੀ ਆਪਣਾ ਉਪਵਾਸ ਹੈਗਾ ਉਹਦੇ ਬਾਰੇ ਗੱਲ ਕਰ ਰਹੇ ਹਾਂ। We have been saying that this is one of the most neglected of spiritual disciplines among believers today. ਅਸੀਂ ਇਹ ਕਹਿ ਰਹੇ ਹਾਂ ਕਿ ਵਿਸ਼ਵਾਸੀਆਂ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਜਿਹੜੀ ਲੋਕ ਨਜ਼ਰਅੰਦਾਜ਼ ਕਰਦੇ ਨੇ ਉਹ ਚੀਜ਼ ਹੈਗੀ ਹੈ। It is, even when people fast, they talk about, they think it is to change God's mind, things like that. ਜਦੋਂ ਲੋਕ ਉਪਵਾਸ ਕਰਦੇ ਨੇ ਸੋਚਦੇ ਨੇ ਕਿ ਇਹਦੇ ਨਾਲ ਪਰਮੇਸ਼ਵਰ ਦੇ ਅਸੀਂ ਸੋਚ ਨੂੰ ਬਦਲ ਸਕਦੇ ਹਾਂ। If I fast, maybe I can change God's mind. ਜੇ ਮੈਂ ਉਪਵਾਸ ਕਰਾਂਗਾ ਤੇ ਮੈਂ ਪਰਮੇਸ਼ਵਰ ਦੀ ਸੋਚ ਨੂੰ ਬਦਲਾਂਗਾ। But it is the other way. ਪਰ ਇਹ ਦੂਜੇ ਪਾਸੇ ਹੈਗਾ। When we fast, we leave ourselves open for God's instruction to us. ਜਦੋਂ ਅਸੀਂ ਉਪਵਾਸ ਕਰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਖੁੱਲਾ ਛੋੜਨੇ ਆ ਤਾਂ ਕਿ ਪਰਮੇਸ਼ਵਰ ਦੇ ਨਿਰਦੇਸ਼ ਸਾਨੂੰ ਮਿਲ ਸਕਣ। Biblical fasting always centers on God and His purpose. ਤੇ ਜਿਹੜੀ ਰੂਹਾਨੀ ਉਪਵਾਸ ਹੈਗਾ ਉਹ ਹਮੇਸ਼ਾ ਪਰਮੇਸ਼ਵਰ ਤੇ ਕੇਂਦਰਿਤ ਹੁੰਦੀ ਹੈ। It is to go into God's presence. ਇਹਦੇ ਜ਼ਰੀਏ ਅਸੀਂ ਪਰਮੇਸ਼ਵਰ ਦੀ ਉਪਸਥਿਤੀ ਜਾ ਸਕਦੇ ਹਾਂ। Fasting brings out resistance from our flesh. ਉਪਵਾਸ ਨਾਲ ਜਿਹੜਾ ਸਾਡਾ ਸਰੀਰ ਮਸ਼ੱਕਤ ਕਰਦਾ ਹੈ ਰੱਬ ਦੇ ਖਿਲਾਫ ਉਹਦੇ ਫਾਇਦਾ ਹੁੰਦਾ ਹੈ। The dirt in the flesh comes to the surface. ਤੇ ਜਿਹੜੇ ਸਾਡੀਆਂ ਬੁਰੀਆਂ ਸੋਚਾਂ ਹੁੰਦੀਆਂ ਨੇ ਉਹ ਜਿਹੜੇ ਸਾਡੇ ਆਪਣਾ ਉਹ ਸਾਨੂੰ ਜ਼ਾਹਿਰ ਹੁੰਦੀਆਂ ਨੇ। People do partial fast. They say, oh, I fast TV this week, I fast Facebook, I fast other sort of things. That is not true biblical fasting. ਕੁਝ ਲੋਕ ਕਹਿੰਦੇ ਨੇ ਜਿਵੇਂ ਟੀਵੀ ਮੈਂ ਨਹੀਂ ਦੇਖਾਂਗਾ ਤਾਂ ਉਹਨੂੰ ਉਪਵਾਸ ਦੇ ਵਿੱਚ ਲੈਂਦੇ ਨੇ, ਬਾਈਬਲ ਇਹਦੇ ਨਾਲ ਮੇਲ ਨਹੀਂ ਖਾਂਦੀ। Biblical fasting is always abstaining from food. ਬਾਈਬਲ ਦਾ ਮਤਲਬ ਹਮੇਸ਼ਾ ਹੈਗਾ ਕਿ ਭੋਜਨ ਤੋਂ ਦੂਰ ਰਹਿਣਾ। It is not abstaining from water. ਪਰ ਪਾਣੀ ਦੀ ਬੰਦਿਸ਼ ਨਹੀਂ ਹੈਗੀ। There is a certain type of fast in the scripture which is an absolute fast without food and water, but that is an exception, but that's not usually done in scripture. ਵਚਨ ਵਿੱਚ ਇੱਕ ਤਰ੍ਹਾਂ ਦਾ ਉਪਵਾਸ ਦੇ ਬਾਰੇ ਗੱਲ ਕੀਤੀ ਗਈ ਹੈ ਜਿੰਦੇ ਭੋਜਨ ਤੇ ਪਾਣੀ ਦੋਨਾਂ ਦੀ ਆਪਣਾ ਮਨਾਹੀ ਹੈਗੀ ਹੈ, ਪਰ ਜ਼ਿਆਦਾਤਰ ਉਪਵਾਸ ਜਿਹੜਾ ਹੈਗਾ ਨਾ ਬਿਨਾਂ ਭੋਜਨ ਦੇ ਹੈਗਾ। Fasting is a private matter between a believer and God. ਤੇ ਜਿਹੜਾ ਉਪਵਾਸ ਹੈਗਾ ਇਹ ਇੱਕ ਨਿੱਜੀ ਆਪਣਾ ਰੱਬ ਤੇ ਜਿਹੜਾ ਉਪਵਾਸ ਹੈਗਾ ਉਹਦੇ ਵਿੱਚ ਹੈਗਾ। It is only to deal with God. ਇਹਦਾ ਮਤਲਬ ਜਦੋਂ ਆਪੇ ਰੱਬ ਦੇ ਨਾਲ ਆਪਣਾ ਅਸੀਂ ਫੈਲੋਸ਼ਿਪ ਦਾ ਹੁੰਦਾ ਹੈ। Fasting has never been commanded in scripture, as I told you last week. ਜਿਵੇਂ ਮੈਂ ਤੁਹਾਨੂੰ ਪਿਛਲੇ ਹਫਤੇ ਦੱਸਿਆ ਸੀ ਕਿ ਉਪਵਾਸ ਕਰਨਾ ਜ਼ਰੂਰੀ ਵਚਨ ਇਹਦੇ ਬਾਰੇ ਨਹੀਂ ਕਹਿੰਦਾ। But scripture always assumes that the believers will fast. ਪਰ ਜਿਹੜਾ ਵਚਨ ਹਮੇਸ਼ਾ ਇਹ ਚੀਜ਼ ਦੇ ਬਾਰੇ ਆਪਣਾ ਇੱਕ ਸੋਚ ਹੈਗੀ ਹੈ ਕਿ ਜਿਹੜਾ ਵਿਸ਼ਵਾਸੀ ਹੈਗਾ ਉਪਵਾਸ ਵੀ ਕਰੇਗਾ। And Lord Jesus said, when you fast as unto the Father. ਤੇ ਜਿਵੇਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜਦੋਂ ਤੁਸੀਂ ਉਪਵਾਸ ਕਰੋ ਉਦੋਂ ਤੁਸੀਂ ਪਿਤਾ ਵਾਸਤੇ ਕਰੋ। Not to show to anybody else. ਕਿਸੇ ਹੋਰ ਨੂੰ ਦਿਖਾਉਣ ਵਾਸਤੇ ਨਹੀਂ। I can understand the family dynamics in your family. People will know that's not what God is saying. God is saying you don't fast to show to others that you are a very pious person. ਤੇ ਜਿਵੇਂ ਜੋ ਕੋਈ ਉਪਵਾਸ ਕਰਦਾ ਹੁੰਦਾ ਜਾਂ ਨਿੱਜੀ ਪਰਿਵਾਰ ਹੁੰਦਾ ਉਹਨੂੰ ਤਾਂ ਪਤਾ ਹੁੰਦਾ ਪਰ ਉਹਦਾ ਮਤਲਬ ਹੈ ਕਿ ਜੇ ਦੁਨੀਆ ਨੂੰ ਦੱਸਣ ਦੀ ਲੋੜ ਨਹੀਂ ਹੈਗੀ। We don't want to show ourselves as very spiritual. ਆਪਾਂ ਦੁਨੀਆ ਦਿਖਾਉਣ ਦੀ ਲੋੜ ਨਹੀਂ ਮੈਂ ਬੜਾ ਰੂਹਾਨੀ ਹੈਗਾ ਵਾਂ। We have to use fasting to tame our flesh. ਤੇ ਜਿਹੜਾ ਉਪਵਾਸ ਦਾ ਮਤਲਬ ਹੈ ਕਿ ਅਸੀਂ ਆਪਣੇ ਜਿਹੜਾ ਸਰੀਰ ਹੈਗਾ ਉਹਨੂੰ ਕਬਜ਼ੇ 'ਚ ਲੈ ਕੇ ਆਣਾ ਹੈ। Many people think that fasting is for the Old Testament, is no longer in New Testament. ਕਈ ਲੋਕ ਸੋਚਦੇ ਨੇ ਕਿ ਜਿਹੜੇ ਉਪਵਾਸ ਦਾ ਕੰਮ ਹੈਗਾ ਪੁਰਾਣੇ ਨਿਯਮ ਵਿੱਚ ਹੈਗਾ, ਨਵੇਂ ਨਿਯਮ ਦੀ ਲੋੜ ਨਹੀਂ। Lord Jesus said in one place that when the Son of Man is taken, then they will fast. ਜਿਵੇਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਆਪਣੇ ਚੇਲਿਆਂ ਦੇ ਬਾਰੇ ਕਿ ਜਦੋਂ ਮੈਂ ਉਠਾ ਲਿਆ ਜਾਵਾਂਗਾ
ਉਦੋਂ ਇਹ ਲੋਕ ਉਪਵਾਸ ਕਰਨਗੇ। Isaiah 58, from which we have been studying fasting, is a very comprehensive chapter on fasting. ਇਜ਼ਾਇਆ 58 ਦਾ ਜਿਹੜਾ ਅਧਿਆਇ ਹੈਗਾ ਉਹ ਉਪਵਾਸ ਨੂੰ ਬੜੇ ਇੱਕ ਖੁੱਲੇ ਤਰੀਕੇ ਨਾਲ ਸਾਨੂੰ ਦੱਸਦਾ ਹੈ। There God tells us what he expects from a fast. ਇੱਥੇ ਪਰਮੇਸ਼ਰ ਦੱਸਦਾ ਹੈਗਾ ਕਿ ਪਰਮੇਸ਼ਰ ਸਾਡੇ ਕੋ ਉਪਵਾਸ ਦੇ ਦੌਰਾਨ ਕੀ ਉਮੀਦ ਕਰਦੇ ਨੇ। Fasting, God expects us to break the bondages, break the yokes. ਉਪਵਾਸ ਸਾਨੂੰ ਸਾਡੇ ਜੂਏ ਤੋੜਨ ਵਿੱਚ ਮਦਦ ਕਰਦਾ ਹੈ And yoke and then bondages. ਤੇ ਜਿਹੜੇ ਸਾਡੇ ਬੰਦਿਸ਼ਾਂ ਹੁੰਦੀਆਂ ਨੇ ਉਹਨਾਂ ਤੋਂ ਨਜਾਤ ਮਿਲਦੀ ਹੈ। Because many times we are unaware of these things in our lives. ਕਿਉਂਕਿ ਬਹੁਤ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਕਿ ਸਾਡੇ ਜੀਵਨ ਵਿੱਚ ਇਹ ਚੀਜ਼ਾਂ ਹੈਗੀਆਂ ਨੇ। It manifests in so many ways. ਇਹ ਕਈ ਤਰੀਕੇ ਨਾਲ ਉਜਾਗਰ ਹੁੰਦੀਆਂ ਨੇ। The flesh occupies us in the worldliness. ਤੇਰਾ ਸਰੀਰ ਹੈਗਾ ਸਾਨੂੰ ਸੰਸਾਰਿਕ ਗੱਲਾਂ 'ਚ ਉਲਝਾਏ ਰੱਖਦਾ ਹੈ। When you go to read God's word, you feel sleepy. ਜਦੋਂ ਆਪਾਂ ਵਚਨ ਪੜ੍ਹਨਾ ਸ਼ੁਰੂ ਕਰਦੇ ਹਾਂ ਨੀਂਦ ਆਉਂਦੀ ਹੈ। When you want to pray, you feel sleepy. ਜਦੋਂ ਪ੍ਰਾਰਥਨਾ ਕਰਨੇ ਨੀਂਦ ਆਉਂਦੀ ਹੈ। When you start to pray, you will get a phone call. ਜਦੋਂ ਪ੍ਰਾਰਥਨਾ ਕਰਨੇ ਆ ਸਾਨੂੰ ਫੋਨ ਆ ਜਾਂਦਾ ਹੈ। When you want to start to pray, then you will remember something you need to do. ਤੇ ਜਦੋਂ ਪ੍ਰਾਰਥਨਾ ਕਰਨੇ ਯਾਦ ਆਉਂਦੇ ਕੋਈ ਚੀਜ਼ ਕਰਨ ਵਾਲੀ। This is all the flesh working in us. ਇਹ ਸਭ ਜਿਹੜਾ ਹੈਗਾ ਸਰੀਰ ਸਾਡੇ 'ਚ ਕੰਮ ਕਰ It ਰਿਹਾ ਹੈ। doesn't allow us a clear decision making in coming closer to God. ਉਹ ਸਾਨੂੰ ਜਿਹੜਾ ਸਾਡਾ ਲਕਸ਼ ਹੈਗਾ ਰੱਬ ਦੇ ਕੋਲ ਜਾਣ ਦਾ ਉਹਦੇ ਰੁਕਾਵਟ ਪਾਉਂਦਾ ਹੈ। Isaiah 58:6, we saw last week the 4 levels of deception in our lives. ਅਸੀਂ ਇਜ਼ਾਇਆ 58:6 'ਚ ਦੇਖਿਆ ਸੀ ਕਿ ਕਿਹੜੇ 4 ਲੈਵਲ ਹੈਗੇ ਨੇ ਉਪਵਾਸ ਦੇ ਵਿੱਚ। Number 1, loose the bands of wickedness. ਪਹਿਲਾ ਜਿਹੜਾ ਹੈਗਾ ਜਿਹੜੇ ਬੁਰਾਈ ਦੇ ਆਪਣਾ ਬੰਧਨ ਟੁੱਟਦੇ ਨੇ। What is wickedness? ਬੁਰਾਈ ਕੀ ਚੀਜ਼ ਹੈ? Wickedness is different from sin. ਜਿਹੜੀ ਬੁਰਾਈ ਹੈਗੀ ਉਹ ਪਾਪ ਤੋਂ ਵੱਖਰੀ ਹੈ। There are 3 things we can commit in the presence of God. ਅਸੀਂ ਪਰਮੇਸ਼ਵਰ ਦੀ ਹਜ਼ੂਰੀ 'ਚ 3 ਕੰਮ ਕਰ ਸਕਦੇ ਹਾਂ। Sin, ਗੁਨਾਹ, iniquity, ਬੁਰਾਈ wickedness. ਤੇ ਵਿਕਟਨੈਸ। 3 distinct descriptions in scripture. 3 ਅਲੱਗ-ਅਲੱਗ ਆਪਣੇ ਦੇ ਬਾਰੇ ਦੱਸਿਆ ਗਿਆ ਹੈ। What is sin? ਗੁਨਾਹ ਕੀ ਹੈ? It is described in scripture. Sin is transgression of the law. ਗੁਨਾਹ ਜਿਹੜਾ ਹੈਗਾ ਪਰਮੇਸ਼ਵਰ ਦੇ ਹੁਕਮਾਂ ਦੀ ਉਲੰਘਣਾ ਕਰਨਾ ਗੁਨਾਹ ਹੈ। Practice of sin is iniquity. ਤੇ ਜਦੋਂ ਆਪਾਂ ਗੁਨਾਹ ਬਾਰ-ਬਾਰ ਕਰਦੇ ਆ ਉਹਨੂੰ ਇਨਇਕੁਇਟੀ ਕਹਿੰਦੇ ਨੇ। So if you know it is sin and you practice it, then you are committing iniquity. ਤੇ ਜਦੋਂ ਸਾਨੂੰ ਪਤਾ ਵੀ ਕੋਈ ਸਾਡਾ ਕੰਮ ਕਰਨਾ ਗੁਨਾਹ ਹੈਗਾ ਉਹਦੇ ਬਾਵਜੂਦ ਅਸੀਂ ਕਰਦੇ ਆ ਉਹਨੂੰ ਇਨਇਕੁਇਟੀ ਕਹਿੰਦੇ ਨੇ। What is wickedness? ਬੁਰਾਈ ਕੀ ਚੀਜ਼ ਹੈ? Wickedness is a total disregard to justice, righteousness and truth and of God. ਬੁਰਾਈ ਹੈਗੀ ਹੈ ਜਦੋਂ ਆਪਾਂ ਪਰਮੇਸ਼ਵਰ ਦੀ ਜਿਹੜੀ ਧਾਰਮਿਕਤਾ ਹੈਗੀ ਹੈ ਪਰਮੇਸ਼ਵਰ ਦੇ ਜਿਹੜੇ ਕੰਮ ਹੈਗੇ ਨੇ ਉਹਨਾਂ ਦੀ ਬਿਲਕੁਲ ਨਜ਼ਰਅੰਦਾਜ਼ੀ ਕਰਨੇ ਆ। Like it says, oh, don't tell lies. ਜਿਵੇਂ ਹੈਗਾ ਕਿ ਇਹ ਝੂਠ ਨਹੀਂ ਬੋਲੋ। Then they'll say, yeah, this is okay, we will keep doing it. The Bible says so many things, but we will do whatever we are wanting to do. That is wickedness, my dear brothers and sisters. ਲੋਕੀ ਕਹਿੰਦੇ ਨੇ ਵੀ ਚਲੋ ਬਾਈਬਲ ਤਾਂ ਲਿਖਿਆ ਹੈਗਾ ਪਰ ਕੋਈ ਫਰਕ ਨਹੀਂ ਪੈਂਦਾ ਆਪਾਂ ਬੋਲ ਸਕਦੇ ਹਾਂ ਝੂਠ ਉਹਦਾ ਮਤਲਬ ਹੈ ਕਿ ਉਹ ਬੁਰਾਈ ਕਰਦੇ ਹਾਂ। Wickedness is taking somebody's words, twisting it and using it against them. ਬੁਰਾਈ ਦਾ ਮਤਲਬ ਜਦੋਂ ਅਸੀਂ ਕਿਸੇ ਦੇ ਸ਼ਬਦਾਂ ਨੂੰ ਲੈ ਕੇ ਤੋੜ ਮਰੋੜ ਕੇ ਆਪਣੇ ਫਾਇਦੇ ਉੱਤੇ ਇਸਤੇਮਾਲ ਕਰਦੇ It is just an attitude of disregard to the word of God. ਇਹ ਹੈਗਾ ਕਿ ਸਾਡਾ ਜਿਹੜਾ ਰੁਝਾਨ ਹੈਗਾ ਉਹ ਪਰਮੇਸ਼ਵਰ ਦੇ ਵਚਨ ਦੇ ਖਿਲਾਫ ਹੈ। So when you start to fast, this is the first thing that will come to surface. ਤੇ ਜਦੋਂ ਆਪਾਂ ਉਪਵਾਸ ਰੱਖਦੇ ਆ ਇਹ ਜਿਹੜੀ ਸਾਡੀ ਬੁਰਾਈ ਹੈਗੀ ਹੈ ਸਭ ਤੋਂ ਪਹਿਲੇ ਸਾਨੂੰ ਮਹਿਸੂਸ ਹੁੰਦੀ ਹੈ। God wants in the fast, that is what he expects from fast, that you break these bonds of wickedness. ਪਰਮੇਸ਼ਵਰ ਚਾਹੁੰਦਾ ਹੈ ਕਿ ਉਪਵਾਸ ਵਿੱਚ ਇਹ ਜਿਹੜੇ ਜੂਏ ਹੈਗੇ ਨੇ ਤੁਸੀਂ ਤੋੜੋ। So how can you break it? We need the help of the Holy Spirit. ਆਪਾਂ ਕਿਸ ਤਰ੍ਹਾਂ ਇਹ ਤੋੜ ਸਕਦੇ ਹਾਂ ਉਹਨਾਂ ਨੂੰ? ਪਵਿੱਤਰ ਆਤਮਾ ਦੀ ਸਹਿਭਾਗਿਤਾ The second level is undo the heavy burdens. ਤੇ ਦੂਸਰਾ ਹੈਗਾ ਜਿਹੜੇ ਆਪਣੇ ਆਪ ਤੇ ਭਾਰ ਲੱਦੇ ਹੋਏ ਨੇ। You read that, brother ji. Read it. It clearly says in that verse. अन्याय से बनाए हुए दासों।
No, loose the bands of wickedness, undo heavy burdens. Second thing. जुए तोड़कर उनको छुड़ा लेना। Undo heavy burdens. ਜਿਹੜੇ ਆਪਣਾ ਭਾਰੀ ਆਪਣਾ ਜੂਏ ਨੇ ਉਹਨਾਂ ਨੂੰ ਛੁੜਾ ਤੋੜ ਦੇਣਾ। So what are these heavy burdens? ਤੇ ਇਹ ਭਾਰੀ ਆਪਣਾ ਕੀ ਹੈਗੇ ਨੇ? This is the baggage we bring into the kingdom. ਇਹ ਜਿਹੜੇ ਪੁਰਾਣੀ ਗੱਲਾਂ ਅਸੀਂ ਪਰਮੇਸ਼ਵਰ ਦੀ ਬਾਦਸ਼ਾਹ ਦੇ ਲੈ ਕੇ ਆਉਂਦੇ ਹਾਂ। The indiscipline in our lives, ਜਦੋਂ ਅਸੀਂ ਅਨੁਸ਼ਾਸਨ ਹੀ ਨਹੀਂ ਹੁੰਦੇ, the stubbornness in our lives, ਆਪਣੇ ਅੰਦਰ ਜਿਹੜਾ ਢੀਠਪਨ ਹੁੰਦਾ ਹੈ, the things we before we come into the kingdom. ਜਦੋਂ ਅਸੀਂ ਪਰਮੇਸ਼ਵਰ ਦੇ ਆਉਣ ਤੋਂ ਪਹਿਲੇ ਜਿਹੜੀ ਆਦਤਾਂ ਹੁੰਦੀਆਂ ਨੇ ਉਹ ਨਾਲ ਲੈ ਕੇ ਆਉਂਦੇ The ਹਾਂ। disciplines of God it seems heavy for us. ਤੇ ਜਿਹੜਾ ਪਰਮੇਸ਼ਵਰ ਅਨੁਸ਼ਾਸਨ ਕਹਿੰਦਾ ਹੈਗਾ ਉਹ ਸਾਨੂੰ ਔਖੇ ਲੱਗਦੇ ਨੇ। Oh, this word of God, you come to Chronicles, so many names. What is their use of reading it? That is a burden, heavy burden. ਜਿਵੇਂ ਇਤਿਹਾਸ ਦੀ ਪੁਸਤਕ ਅਸੀਂ ਕਹਿੰਦੇ ਆ ਵੀ ਇੰਨੇ ਸਾਰੇ ਨਾਮ ਰੱਬ ਨੇ ਲਿਖੇ ਨੇ, ਇਹਨਾਂ ਨੂੰ ਪੜ੍ਹਨ ਦਾ ਕੀ ਫਾਇਦਾ ਹੈ? There is reluctance to read what God has given us. ਆਪਾਂ ਨੂੰ ਜੋ ਰੱਬ ਨੇ ਆਪਾਂ ਨੂੰ ਲਿਖ ਕੇ ਦਿੱਤਾ ਹੈਗਾ ਬਾਈਬਲ ਵਿੱਚ, ਉਹਨੂੰ ਪੜ੍ਹਨ ਵਿੱਚ ਅੱਗੇ ਪਿੱਛੇ ਹੋਣਾ। What is there to pray? You ask God once and let him answer. If he wants, he doesn't want, let him not answer. Anyway, he is God. That attitude is a baggage we carry. ਜਿਵੇਂ ਲੋਕ ਕਹਿੰਦੇ ਨੇ ਵੀ ਇੱਕ ਵਾਰੀ ਰੱਬ ਤੋਂ ਮੰਗ ਲਿਆ, ਜਦੋਂ ਰੱਬ ਦੀ ਮਰਜ਼ੀ ਹੋਏਗੀ ਦੇ ਦੇਗਾ, ਬਾਰ-ਬਾਰ ਮੰਗਣ ਦੀ ਤਾਂ ਜ਼ਰੂਰਤ ਨਹੀਂ ਹੈ। They weigh you down where as far as spiritual things are concerned. ਜਿਸ ਤੱਕ ਰੂਹਾਨੀ ਗੱਲਾਂ ਦੀ ਗੱਲ ਹੈ ਉਹ ਤੁਹਾਨੂੰ ਥੱਲੇ ਕਰਦੇ ਨੇ। So we have to get rid of it as soon as possible. ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਜਲਦ ਤੋਂ ਜਲਦ ਉਹਨਾਂ ਤੋਂ ਪਿੱਛਾ ਛੁਡਾਈਏ। So we need to be free, that when we love God's word because God has given it to us. ਅਸੀਂ ਉਦੋਂ ਆਜ਼ਾਦ ਹੋਵਾਂਗੇ ਜਦੋਂ ਪਰਮੇਸ਼ਵਰ ਨੇ ਜਿਹੜਾ ਵਚਨ ਸਾਨੂੰ ਦਿੱਤਾ ਹੈਗਾ ਅਸੀਂ ਉਹਨੂੰ ਪਿਆਰ ਦੇ ਨਾਲ ਉਤਸੁਕਤਾ ਨਾਲ ਪੜ੍ਹੀਏ। As we get rid of these things, we come to a different level of deception. ਜਦੋਂ ਅਸੀਂ ਇਹ ਸਾਰੀ ਚੀਜ਼ਾਂ ਤੋਂ ਜਿੱਤ ਪਾ ਲੈਂਦੇ ਆ, ਇੱਕ ਹੋਰ ਜਗ੍ਹਾ ਤੇ ਪਰਮਾਏ ਜਾਂਦੇ ਆ। Let the oppressed go free. ਕਿ ਜਿਹੜਾ ਬੰਦੇ ਤੇ ਬੋਝ ਹੈਗਾ ਉਹਨੂੰ ਆਜ਼ਾਦ ਕਰੋ। The word used in here, oppression, means there are some disappointments we come with. There is some areas where we are not fulfilled in life. These things they are cause oppression to us. ਜਿਵੇਂ ਕਈ ਚੀਜ਼ਾਂ ਜਿਹੜਾ ਅਸੀਂ ਮਨ ਨੇ ਸੋਚਿਆ ਸੀ ਜ਼ਿੰਦਗੀ ਕਰਾਂਗੇ, ਅਸੀਂ ਉਹਨਾਂ ਨੂੰ ਨਹੀਂ ਕਰਦੇ ਤੇ ਉਹ ਸਾਨੂੰ ਦਬਾਉਂਦੀਆਂ ਨੇ। We have asked God many times something and nothing has been answered, so it develops unbelief. ਜਦੋਂ ਅਸੀਂ ਪਰਮੇਸ਼ਵਰ ਨੂੰ ਕੋਈ ਗੱਲ ਬਾਰ-ਬਾਰ ਮੰਗਨੇ ਆ ਤੇ ਰੱਬ ਨਹੀਂ ਦਿੰਦਾ ਤੇ ਸਾਡਾ ਅਵਿਸ਼ਵਾਸ ਜਾਗਦਾ ਹੈ। We are unable to rejoice in the things of God. ਜਿਹੜੇ ਪਰਮੇਸ਼ਵਰ ਦੀ ਗੱਲਾਂ ਹੈਗੀਆਂ ਨੇ ਉਹਨਾਂ 'ਚ ਅਸੀਂ ਆਨੰਦਿਤ ਨਹੀਂ ਹੁੰਦੇ। We are unable to believe God for deliverance. ਅਸੀਂ ਮੰਨਦੇ ਨਹੀਂ ਕਿ ਪਰਮੇਸ਼ਵਰ ਸਾਨੂੰ ਛੁਡਾ ਸਕਦਾ We ਹੈ। try to pray with faith, but nothing is working. ਅਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰਦੇ ਹਾਂ ਪਰ ਕੋਈ ਹੱਲ ਨਹੀਂ ਹੁੰਦਾ। This was the state of the disciples. They tried to cast away the demon in Matthew 17:20, and they could not. So the man came and complained to the Lord Jesus Christ. ਜਿਵੇਂ ਮਤੀ ਦੇ 17 ਦੇ ਵਿੱਚ ਚੇਲੇ ਜਿਹੜੇ ਹੈਗੇ ਨੇ ਜਦੋਂ ਆਪਣਾ ਬੁਰੀ ਆਤਮਾ ਨਹੀਂ ਨਿਕਾਲ ਪਾਏ ਤੇ ਉਦੋਂ ਦਾ ਵਾਕਿਆ ਦੀ ਗੱਲ ਹੈ। And Lord Jesus said, it is because of your unbelief. ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਤੁਹਾਡੇ ਅਵਿਸ਼ਵਾਸ ਕਰਕੇ ਇਸ ਤਰ੍ਹਾਂ। Unbelief is a very big oppression on believers. ਜਿਹੜਾ ਅਵਿਸ਼ਵਾਸ ਹੈ ਇਹ ਵਿਸ਼ਵਾਸੀਆਂ ਵਾਸਤੇ ਬੜਾ ਵੱਡਾ ਬੋਝ ਹੈ। Matthew 17:21 says that this kind of unbelief will not go without fasting and prayer and fasting. ਇਸ ਕਰਕੇ ਮਤੀ 17 ਦੇ ਕੀ ਕਹਿੰਦਾ ਹੈ, उसने उनसे कहा कि यह जाति बिना प्रार्थना किसी और उपाय से निकल नहीं सकती। This is a kind of unbelief. एक तरह का बेविश्वासी है। You see, these oppressions create a lot of obstacles for us in prayer. ਤੇ ਜਿਹੜੇ ਇਹ ਆਪਣਾ ਬੋਝ ਹੈਗੇ ਨੇ ਇਹ ਪ੍ਰਾਰਥਨਾ ਹੀ ਰੁਕਾਵਟਾਂ ਪਾਉਂਦੇ ਨੇ। Then the last thing he says in 58:6, we go back to Isaiah 58:6, break every yoke. ਤੇ ਜਿਹੜਾ ਚੌਥਾ ਹਿੱਸਾ ਹੈਗਾ 58:6 ਦਾ ਇਜ਼ਾਇਆ ਦਾ, ਸਭ ਜੂਓं को टुकड़े टुकड़े कर देना। Yoke is put on oxen to guide them, to lead them in the place where you want them to go. ਜਿਹੜਾ ਜੂਆ ਹੈਗਾ ਬੈਲਾਂ ਤੇ ਰੱਖਿਆ ਜਾਂਦਾ ਹੈ ਤਾਂ ਕਿ ਜੋ ਉਹਨਾਂ ਨੂੰ ਦੱਸਿਆ ਜਾਏ ਉਸ ਰਸਤੇ ਜਾਣ। But we have so many yokes on us. ਪਰ ਅਸੀਂ ਆਪਣੇ ਤੇ ਬੜੇ ਜੂਏ ਰੱਖੇ ਹੋਏ ਨੇ। Sometimes you may be yoked with unbeliever in marriage. ਕਈ ਵਾਰ ਅਸੀਂ ਆਪਣਾ ਜਿਹੜਾ ਹੈਗਾ
ਜਿਹੜਾ ਕੋਈ ਵਿਸ਼ਵਾਸ ਨਹੀਂ ਕਰਦਾ ਉਹਦੇ ਨਾਲ ਸ਼ਾਦੀ ਹੁੰਦੀ ਹੈ। There is emotional bondage. ਜਿਹੜੇ ਜਦੋਂ ਅਸੀਂ ਆਪਣਾ ਕੀ ਕਹਿੰਦੇ ਨੇ ਭਾਵਨਾਤਮਕ ਤਰੀਕੇ ਨਾਲ ਜਦੋਂ ਪਰੇਸ਼ਾਨ ਹੁੰਨੇ ਆ, People allow emotions to drive them. ਲੋਕੀ ਕੀ ਕਹਿੰਦੇ ਨੇ ਆਪਣੇ ਆਪ ਨੂੰ ਭਾਵਨਾਵਾਂ ਵਿੱਚ ਬਹਿਣ ਦਿੰਦੇ There is ਨੇ। the yoke of anger. ਗੁੱਸੇ ਦਾ ਜੂਆ ਹੈਗਾ। People allow anger to drive them. ਲੋਕੀ ਗੁੱਸੇ ਨਾਲ ਆਪਣਾ ਚੀਜ਼ ਦਾ ਹੱਲ ਕਰਦੇ ਨੇ। There some people are yoked with stress. ਕੁਛ ਨੂੰ ਸਟ੍ਰੈਸ ਨਾਲ ਆਪਣਾ ਜੂਆ ਹੁੰਦਾ ਹੈ। Some people who are with depression. ਕਈਆਂ ਨੂੰ ਉਦਾਸੀ ਹੁੰਦੀ ਹੈ। Some people have negative thoughts always. ਜੀ ਕਈਆਂ ਨੂੰ ਬੁਰੀਆਂ ਸੋਚਾਂ ਆਉਂਦੀਆਂ ਨੇ। But you know Romans 14:17 the Bible says, ਪਰ ਰੋਮੀਓ 14:17 ਕਹਿੰਦਾ ਹੈ, the kingdom of God is not eating and drinking, but righteousness, peace and joy in the Holy Spirit. परंतु परमेश्वर का राज्य खाना पीना नहीं, परंतु धर्म और मिलाप और वह आनंद है। You see, it is eating and drinking, meat and drink is a phrase used in the scripture to talk about our regular life. ਤੇ ਜਿਹੜਾ ਖਾਣਾ ਪੀਣਾ ਦੀ ਗੱਲ ਹੈਗੀ ਹੈ, ਵਚਨ ਹੈਗਾ ਹੈ ਜਿਹੜਾ ਸਾਡੇ ਰੋਜ਼ਮਰਰਾ ਜੀਵਨ ਦੇ ਬਾਰੇ ਗੱਲ ਕਰਦਾ ਹੈ। He says the kingdom of God is not just the ordinary life, but it is righteousness, peace and joy in the Holy Spirit. ਉਹ ਕਹਿੰਦਾ ਹੈ ਇਸ ਕਰਕੇ ਤੁਹਾਡਾ ਜਿਹੜਾ ਜੀਵਨ ਹੈ ਉਹ ਆਮ ਜੀਵਨ ਨਹੀਂ ਹੈਗਾ, ਪਰ ਪਵਿੱਤਰ ਆਤਮਾ ਹੀ ਧਰਮ ਮਿਲਾਪ ਤੇ ਆਨੰਦ ਹੈ। If I was to ask you, ਜੇ ਮੈਂ ਤੁਹਾਨੂੰ ਪੁੱਛਾਂ is your life, is my life characterized by righteousness, peace and joy in the Holy Spirit, what will be our answer? ਜੇ ਕਿਆ ਸਾਡਾ ਜਿਹੜਾ ਜੀਵਨ ਹੈਗਾ ਪਵਿੱਤਰ ਆਤਮਾ ਵਿੱਚ ਧਰਮ ਮਿਲਾਪ ਤੇ ਆਨੰਦ ਵਾਲਾ ਹੈਗਾ? The sisters will say, no brother, it is only cooking, washing, cleaning, that's all our life is with. ਹੋ ਸਕਦਾ ਹੈ ਭੈਣਾਂ ਕਹਿਣ ਕਿ ਨਹੀਂ ਸਾਡਾ ਜੀਵਨ ਤਾਂ ਖਾਣਾ ਬਣਾਉਣਾ ਕੱਪੜੇ ਧੋਣਾ ਇਦਾਂ ਦੇ ਕੰਮਾਂ 'ਚ ਰਹਿ ਜਾਂਦਾ ਹੈ। And the men will say, oh, going to work, taking care of the house and taking care of the bills. We've got a mortgage, brother. We got a business, brother. We got this, brother. We got that, brother. But is it righteousness, peace and joy in the Holy Spirit? What is that, brother? I don't know what is that. ਤੇ ਭਰਾ ਕਹਿਣਗੇ ਕਿ ਮੈਨੂੰ ਤਾਂ ਆਪਣਾ ਕੰਮ ਤੇ ਜਾਣਾ ਪੈਂਦਾ ਹੈ, ਪਰਿਵਾਰ ਦਾ ਕੰਮ ਰੱਖਣਾ ਹੈ, ਕੀ ਕਹਿੰਦੇ ਮੋੜਗੇ ਦੇਣੀ ਹੈ, ਪਰ ਜਿਹੜਾ ਧਰਮ ਮਿਲਾਪ ਤੇ ਆਨੰਦ ਹੈਗਾ ਇਹਦਾ ਕੀ ਮਤਲਬ ਹੈ ਉਹਨਾਂ ਨੂੰ ਪਤਾ ਨਹੀਂ। We don't think in that way. ਅਸੀਂ ਇਸ ਤਰੀਕੇ ਨਾਲ ਨਹੀਂ ਸੋਚਦੇ। How are you doing, brother? ਜਦੋਂ ਕਹਿੰਦੇ ਵੀ ਤੇਰਾ ਕੀ ਹਾਲ ਚਾਲ ਹੈ? Oh, I am enjoying the righteousness, peace and joy in the Holy Spirit. I never heard anybody say that. ਮੈਂ ਕਿਸੇ ਨੂੰ ਸੁਣਿਆ ਨਹੀਂ, ਕਿਸੇ ਨੂੰ ਨਹੀਂ ਸੁਣਿਆ ਉਹ ਕਿ ਮੈਂ ਧਰਮ ਮਿਲਾਪ ਤੇ ਆਨੰਦ ਦੀ ਜਗ੍ਹਾ ਹਾਂ। Even if a believer is going through depression, they'll say, I'm fine, brother. Thank you for asking. ਜੇ ਵੀ ਕੋਈ ਬੰਦਾ ਡਿਪਰੈਸ਼ਨ ਜਾ ਰਿਹਾ ਹੋਏਗਾ ਉਹ ਵੀ ਕਹੇਗਾ ਮੈਂ ਠੀਕ ਹਾਂ, ਸ਼ੁਕਰੀਆ ਤੇਰੇ ਪੁੱਛਣ We ਦਾ। have become the new Pharisees and the Sadducees, you know. ਅਸੀਂ ਜਿਵੇਂ ਨਵੇਂ ਨਿਯਮ ਵਿੱਚ ਫਰੀਸੀ ਤੇ ਸਦੂਸੀ ਸੀਗੇ ਉਸ ਤਰ੍ਹਾਂ ਬਣ ਗਏ। Hypocrites we are becoming slowly. ਅਸੀਂ ਕੀ ਕਹਿੰਦੇ ਨੇ ਜੋ ਕਹਿੰਦੇ ਆ ਉਹ ਅਸਲੀਅਤ ਨਹੀਂ ਹੁੰਦੀ। We have to start a life of fasting and prayer because the flesh has taken over much of our life. ਇਸ ਕਰਕੇ ਜ਼ਰੂਰੀ ਹੈਗਾ ਅਸੀਂ ਪ੍ਰਾਰਥਨਾ ਤੋਂ ਉਪਵਾਸ ਕਰੀਏ ਕਿਉਂਕਿ ਜਿਹੜਾ ਸਾਡਾ ਸਰੀਰ ਹੈਗਾ ਉਹ ਸਾਡੇ ਜੀਵਨ ਦੇ ਬਹੁਤ ਜ਼ਿਆਦਾ ਹਿੱਸਾ ਰੱਖਦਾ These ਹੈ। 4 level deceptions destroy our relationship with God. ਇਹ ਜਿਹੜੀ 4 ਲੈਵਲ ਦਾ ਜਿਹੜਾ ਝੂਠ ਹੈਗਾ ਇਹ ਸਾਡਾ ਪਰਮੇਸ਼ਵਰ ਦੇ ਨਾਲ ਨਾਤਾ ਨੂੰ ਤੋੜਦਾ ਹੈਗਾ Make us vulnerable to the attractions of the world. ਤੇ ਸਾਨੂੰ ਜਿਹੜੇ ਦੁਨਿਆਵੀ ਚੀਜ਼ਾਂ ਨੇ ਉਹਦੇ ਵੱਲ ਖਿੱਚਦਾ ਹੈ। It started not now, it started in the Garden of Eden. ਇਹ ਚੀਜ਼ਾਂ ਅੱਜ ਸ਼ੁਰੂ ਨਹੀਂ ਹੋਈਆਂ, ਇਹ ਅਦਨ ਦੀ ਵਾਟਿਕਾ ਸ਼ੁਰੂ ਹੋਈਆਂ ਸੀ। In Genesis 3, we see how Satan laid the foundation of wickedness in the world. ਆਪਾਂ ਉਤਪੱਤੀ ਦੇਖਦੇ ਹਾਂ ਵੀ ਸ਼ੈਤਾਨ ਨੇ ਕਿਵੇਂ ਜਿਹੜੀ ਬੁਰਾਈ ਹੈਗੀ ਏ ਉਹ ਪੇਸ਼ ਕੀਤੀ। So I have made a little story based on Genesis 3. ਤੇ ਮੈਂ ਇੱਕ ਵਾਕਿਆ ਬਣਾਇਆ ਜੈਨੇਸਿਸ 3 ਦੇ ਆਧਾਰ ਤੇ By putting it in a modern context. ਇਹਨੂੰ ਅੱਜ ਕੱਲ ਦੀ ਸੋਚ ਦੇ ਸਾਹਮਣੇ So ਸਮਝੋ just follow me as I go along. ਤੇ ਮੇਰੇ ਮਗਰ ਸਮਝੋ ਕਿਵੇਂ ਚੱਲ ਰਿਹਾ ਹੈ। So there is a beautiful garden. ਇੱਕ ਬੜਾ ਸੁੰਦਰ ਬਾਗ ਹੈ। Maybe your house, maybe your business, or maybe your whatever you are doing for God. Imagine anything you want. So there is a beautiful garden and you are taking care of it. God has appointed you to take care of it. ਮੰਨ ਲਓ ਤੁਹਾਡਾ ਭਾਵੇਂ ਘਰ ਹੈਗਾ ਤੇ ਰੱਬ ਨੇ ਤੁਹਾਨੂੰ ਦਿੱਤਾ ਹੈਗਾ ਸੁੰਦਰ ਬਾਗ ਕਿ ਤੁਸੀਂ ਉਹਦੀ ਦੇਖ ਰਾਖ ਕਰੋ। So the devil comes to Eve. ਤੇ ਜਿਹੜਾ ਸ਼ੈਤਾਨ ਆ ਕੇ ਆਂਦਾ ਹਵਾ ਦੇ ਕੋਲ Then he'll talk to Eve. ਉਹ ਗੱਲ ਕਰਦਾ ਹਵਾ ਨਾਲ
Because he would have tried with Adam, said, I had no time for you. Maybe Adam was busy, so he said Eve is a good chance to get. ਹੋ ਸਕਦਾ ਉਹਨੇ ਆਦਮ ਨਾਲ ਕੋਸ਼ਿਸ਼ ਕੀਤੀ ਹੋਵੇ ਪਰ ਆਦਮ ਬਹੁਤ ਜ਼ਿਆਦਾ ਵਿਅਸਤ ਸੀਗਾ ਇਸ ਕਰਕੇ ਈਵ ਨਾਲ ਗੱਲ ਕੀਤੀ They'll come to Eve and say, Eve, what a nice garden you have. Beautiful. It's amazing. All these fruits, all different fruits. How wonderful garden. ਉਹ ਕਹਿੰਦਾ ਇਹ ਤੇਰਾ ਬਗੀਚਾ ਹੈਗਾ ਕਿੰਨਾ ਸੋਹਣਾ ਸੋਹਣਾ ਹੈਗਾ ਇਹਦੇ ਕਿੰਨੇ ਅਦਭੁਤ ਤਰ੍ਹਾਂ ਦੇ ਫਲ ਤੇ ਫੁੱਲ ਹੈਗੇ ਨੇ Eve says, ਈਵ ਕਹਿੰਦੀ ਹੈ yes, God has blessed us in this garden. ਕਿ ਪਰਮੇਸ਼ਵਰ ਨੇ ਸਾਨੂੰ ਇਸ ਬਾਗ ਵਿੱਚ ਆਸ਼ੀਸ਼ਿਤ ਕੀਤਾ He created this beautiful garden and put us to take care of it. ਉਹਨੇ ਇਹ ਬਾਗ ਬਣਾਇਆ ਪਰਮੇਸ਼ਵਰ ਨੇ ਤੇ ਸਾਨੂੰ ਦੇਖ ਰੇਖ ਵਾਸਤੇ ਦਿੱਤਾ He has given me a wonderful husband also. And with him I take care of this garden. ਉਹਨੇ ਇੱਕ ਬੜਾ ਅੱਛਾ ਪਤੀ ਵੀ ਦਿੱਤਾ ਹੈ ਤੇ ਅਸੀਂ ਦੋਨੋਂ ਮਿਲ ਕੇ ਦੇਖਭਾਲ ਕਰਨੇ ਆ We are so blessed. We are so blessed. ਅਸੀਂ ਬਹੁਤ ਆਸ਼ੀਸ਼ਿਤ ਹੈਗੇ ਆ You understand what believers talk? This is how they talk. Oh, we are so blessed that Yes. God has given us this wonderful thing. Okay? ਇਸ ਤਰ੍ਹਾਂ ਵਿਸ਼ਵਾਸੀ ਗੱਲਾਂ ਕਰਦੇ ਕਿ ਰੱਬ ਨੇ ਸਾਨੂੰ ਇਹ ਅਦਭੁਤ ਚੀਜ਼ਾਂ ਦਿੱਤੀਆਂ ਨੇ Nothing wrong. I'm not trying to find fault with anybody. This is just my imagination. Now we come to Genesis 3:1. Can you put it up, Arush, please? Okay, let's stick in 3:1. And the devil says, oh, you're taking care of this on behalf of God. Eve says, yes, we are taking care of this for God. उसने स्त्री से कहा क्या सच है कि No, this is my imagination, brother. It's not in the word. It's my okay. imagination. ओके So you are taking the care of this for God, he says. ਉਹ ਪੁੱਛਦਾ ਕਿ ਤੁਸੀਂ ਰੱਬ ਵਾਸਤੇ ਇਹਦਾ ਦੇਖਭਾਲ ਕਰ ਰਹੇ ਹੋ And he says, amazing, what a wonderful work you are doing. God has given you wonderful talent. Beautiful, that's what devil is telling Eve. ਉਹ ਕਹਿੰਦਾ ਹਵਾ ਨੂੰ ਕਿ ਤੂੰ ਤਾਂ ਬਹੁਤ ਅੱਛਾ ਕੰਮ ਕਰ ਰਹੇ ਹੋ ਰੱਬ ਨੇ ਤੁਹਾਨੂੰ ਕਿੰਨਾ ਸੋਹਣਾ ਬਗੀਚਾ ਵੀ ਦਿੱਤਾ ਹੈ But I heard that you can't eat any fruits in this garden, this beautiful garden that you are taking care. ਪਰ ਮੈਂ ਸੁਣਿਆ ਕਿ ਤੁਸੀਂ ਦੇਖਭਾਲ ਤਾਂ ਕਰਦੇ ਹੋ ਪਰ ਤੁਸੀਂ ਇਹਦਾ ਫਲ ਨਹੀਂ ਖਾ ਸਕਦੇ So we go to Genesis 3:2. Now Eve is answering. ਹੁਣ ਆਪਾਂ ਉਤਪत्ति 3:2 ਵਿੱਚ ਹਵਾ ਜਵਾਬ ਦਿੰਦੀ Eve ਹੈ tells the serpent, we can eat any fruit in the garden of any tree. स्त्री ने सर्प से कहा इस वाटिका के वृक्षों के फल हम खा सकते हैं If she had stopped there, oh, we would be in Garden of Eden. Unfortunately, she went further. ਜੇ ਉੱਥੇ ਰੁਕ ਜਾਂਦੀ ਤਾਂ ਅਸੀਂ ਵੀ ਅੱਜ ਜਦਨ ਦੀ ਵਾਟਿਕਾ 'ਚ ਹੁੰਦੇ ਪਰ ਗੱਲ ਅੱਗੇ ਚੱਲੀ So then she says, except the tree in the middle of the garden, we cannot eat that. ਉਹਨੇ ਕਿਹਾ ਪਰ ਜਿਹੜਾ ਬਾਗ ਦੇ ਸੈਂਟਰ ਵਿੱਚ ਜਿਹੜਾ ਹੈਗਾ ਪੇੜ ਅਸੀਂ ਉਹਦਾ ਫਲ ਨਹੀਂ ਖਾ ਸਕਦੇ But she didn't stop there. She said, we cannot even touch it. ਉਹਨੇ ਅੱਗੇ ਕਿਹਾ ਕਿ ਅਸੀਂ ਉਹਨੂੰ ਛੂ ਵੀ ਨਹੀਂ ਸਕਦੇ Because if we touch it, we'll die. ਕਿਉਂਕਿ ਜਦੋਂ ਅਸੀਂ ਛੂਵਾਂਗੇ ਤਾਂ ਅਸੀਂ ਮਰ She ਜਾਵਾਂਗੇ twisted God's word. ਉਹਨੇ ਪਰਮੇਸ਼ਵਰ ਦੇ ਸ਼ਬਦ ਨੂੰ ਤੋੜ ਮਰੋੜ ਕੇ ਕਿਹਾ Here I have to give a little bit lenience to Eve because maybe Adam, to make her more careful, said, Eve, don't eat that fruit. God said, don't touch it also so that we'll not die. He may have told like that, so we don't know that. ਸਾਨੂੰ ਪਤਾ ਨਹੀਂ ਹੋ ਸਕਦਾ ਆਦਮ ਨੇ ਹਵਾ ਨੂੰ ਕਿਹਾ ਹੋਏ ਵੀ ਆਪਣਾ ਵੀ ਇਹਨੂੰ ਛੂਣਾ ਵੀ ਨਹੀਂ ਹੈਗਾ ਤੇ ਖਾਣਾ ਵੀ ਨਹੀਂ ਹੈਗਾ Let's see what God said in Genesis 2:17. ਆਪਾਂ ਦੇਖੀਏ ਉਤਪत्ति 2:17 ਵਿੱਚ ਪ੍ਰਭੂ ਨੇ ਕੀ ਕਿਹਾ But of the tree of the knowledge of good and evil thou shalt not eat of it, for in the day that thou eatest thereof thou shalt surely die. पर भले या बुरे के ज्ञान का जो वृक्ष है उसका फल तो कभी ना खाना क्योंकि जिस दिन तो उसका फल खाए उसी दिन अवश्य मर जाएगा So devil saw the way there. ते शैतान ने उत्थे रास्ता लभ्या Come on, Eve, you mean to say you cannot touch it and you'll die? तो उन्हें हवा ने क्या भी कि मतलब तू छुएंगी तो मर जाएंगी Prove it to me. मन दिखा Show me. मन दिखा So Eve touches it. ते हवा ने छुया Nothing happens. कुछ नहीं होया Oh, she thinks there is something wrong in the commandment. वो कहने ना मतलब जो आज्ञा दी है परमेश्वर ने उनदे कुछ गड़बड़ है And the devil says, if when you touch you didn't die, if you eat also you won't die. Try it. You have eaten all the other fruits. Why don't you try this fruit? उन्हें आदम ने शैतान ने हवा ने क्या भी तू छुया तू मरी नहीं गी ते खाएंगी ता भी नहीं मरेगी ते She eats it.
ਹਵਾ ਖਾ ਲੈਂਦੀ ਹੈ। She is not satisfied with that. She goes to Adam and says, see, you told me not to eat that fruit, I'll die. I am not dead. Why don't you also eat? So Adam also ate. ਤੇ ਉਹ ਆਦਮ ਕੋਲ ਆ ਜਾਂਦੇ, ਕਹਿੰਦੀ ਤੂੰ ਮੈਨੂੰ ਕਿਹਾ ਸੀ ਵੀ ਇਹਨੂੰ ਖਾਵਾਂਗੇ ਤੇ ਮਰ ਜਾਵਾਂਗੇ, ਮੈਂ ਤਾਂ ਮਰੀ ਨਹੀਂ, ਤੇ ਤੂੰ ਵੀ ਖਾ ਲੈ, ਤੂੰ ਵੀ ਨਹੀਂ ਮਰੇਗਾ। Wickedness, twisting God's word was laid. The foundation was laid in the Garden of Eden. ਤੇ ਜਿਵੇਂ ਉਹ ਜਦੋਂ ਆਪਾਂ ਉਹਨੇ ਗੱਲ ਕੀਤੀ, ਬੁਰਾਈ ਦਾ ਮਤਲਬ ਹੈਗਾ ਕਿ ਕਿਸੇ ਦੇ ਸ਼ਬਦਾਂ ਨੂੰ ਤੋੜ ਮਰੋੜ ਕੇ ਇਸਤੇਮਾਲ ਕੀਤੇ ਜਾਣਾ। ਇੱਥੇ ਆਦਮ ਦੀ ਵਾਟਿਕਾ 'ਚ ਇਹੋ ਕੰਮ ਹੋਇਆ। The wickedness is rooted in us. ਤੇ ਜਿਹੜੀ ਬੁਰਾਈ ਹੈਗੀ ਏ ਉਹਨੇ ਸਾਡੇ ਅੰਦਰ ਘਰ ਕੀਤਾ ਹੋਇਆ। Burdens overwhelm us. ਤੇ ਜਿਹੜੇ ਬੋਝਾਂ ਨੇ ਸਾਨੂੰ ਦਬਾਇਆ ਹੋਇਆ। We are oppressed by our experiences and the things we have seen. ਅਸੀਂ ਆਪਣੇ ਜਿਹੜੇ ਤਜਰਬੇ ਹੈਗੇ ਨੇ ਉਹਨਾਂ ਕਰਕੇ ਬਿਲਕੁਲ ਦਬ ਗਏ ਆ। And many things yoke us and drive us in a different direction. ਤੇ ਬਹੁਤ ਸਾਰੀ ਚੀਜ਼ਾਂ ਸਾਡੇ ਤੇ ਜ਼ੋਰ ਰੱਖਦੀਆਂ ਨੇ ਤੇ ਸਾਨੂੰ ਅਲੱਗ-ਅਲੱਗ ਤਰਫ ਲੈ ਜਾਂਦੀਆਂ ਨੇ। Fasting will help us to see these things in us. ਤੇ ਉਪਵਾਸ ਜਿਹੜਾ ਹੈਗਾ ਇਹ ਸਾਨੂੰ ਚੀਜ਼ਾਂ ਦਿਖਾਉਣ ਨੂੰ ਵੀ ਮਦਦ ਕਰੇਗਾ। Some may have some things to a higher degree, some may have some things to a lower degree. ਕੁਝ ਲੋਕਾਂ ਵਿੱਚ ਕੋਈ ਚੀਜ਼ਾਂ ਵੱਡੇ ਆਪਣਾ ਸਤਰ ਤੇ ਹੋਣਗੀਆਂ, ਕੁਝ ਛੋਟੇ ਸਤਰ ਤੇ ਹੋਣਗੀਆਂ। But when you fast and pray and come into the light of the glory of God, when you spend time in God's presence, you start to see who you are. ਜਦੋਂ ਅਸੀਂ ਉਪਵਾਸ ਕਰਦੇ ਹਾਂ ਤੇ ਪ੍ਰਾਰਥਨਾ ਕਰਦੇ ਹਾਂ ਤੇ ਸਾਡਾ ਜਿਹੜਾ ਜਦੋਂ ਪਰਮੇਸ਼ਰ ਦੀ ਹਜ਼ੂਰੀ ਜਾਂਦੇ ਆ, ਸਾਨੂੰ ਆਪਣਾ ਜਿਹੜੇ ਅੰਦਰ ਦੀ ਚੀਜ਼ਾਂ ਹੈਗੀਆਂ ਨੇ ਉਹ ਸਾਫ਼ ਪਤਾ ਲੱਗਦੀਆਂ ਨੇ। The scriptural principle is very simple. ਜਿਹੜਾ ਵਚਨ ਦੇ ਸਿਧਾਂਤ ਹੈਗੇ ਨੇ ਉਹ ਬੜੇ ਆਸਾਨ ਨੇ। The inner change is experienced in an outward action. ਤੇ ਸਾਡਾ ਜਿਹੜਾ ਅੰਦਰ ਦਾ ਬਦਲਾਵ ਹੈਗਾ ਉਹ ਸਾਡੇ ਬਾਹਰ ਦੇ ਕੰਮਾਂ ਨਾਲ ਆਉਂਦਾ ਹੈ। That's why he says, is this not the fast I have asked? And he goes to Isaiah 58:7 and he says, is it not to deal thy bread to the hungry, and thou bring the poor that are cast out to thy house, when thou seest the naked, that thou cover him, and that thou hide not thyself from thine own flesh. तो इज़ाया 58:7 कहता है, क्या वह यह नहीं कि अपनी रोटी भूखों को बांट देना, अनाथ और मारे मारे फिरतूहों को अपने घर ले आना, किसी को नंगा देखकर वस्त्र पहनाना और अपने जाति भाइयों से अपने को ना छिपाना। It's an outworking of an inward change. ਇਹ ਆਪਣਾ ਬਾਹਰਲਾ ਕੰਮ ਹੈਗਾ ਜਿੰਦੇ ਕਰਕੇ ਸਾਡੇ ਅੰਦਰ ਬਦਲਾਵ ਆਉਂਦਾ ਹੈ। As I said last week, Matthew 25, the judgment day, these are some of the points God is going to look at us. ਜਿਵੇਂ ਮੈਂ ਦੱਸਿਆ ਸੀ ਅੱਗੇ ਕਿ ਮਤੀ 25 ਵਿੱਚ ਇਹ ਸਾਰੀ ਗੱਲਾਂ ਦੇ ਬੇਸ ਤੇ ਨਿਆਂ ਹੋਏਗਾ। Matthew 25:35 to 36. ਮਤੀ 25 ਦਾ 35 ਤੋਂ 36। For I was hungered and he gave me meat. I was thirsty and he gave me drink. I was a stranger and you took me in. Naked and you clothed me. I was sick and you visited me. I was in prison and you came unto me. क्योंकि मैं भूखा था और तूने मुझे खाने को दिया, मैं प्यासा था तुमने मुझे पानी पिलाया, मैं परदेसी था तूने मुझे अपने घर में ठहराया, मैं नंगा था तूने मुझे कपड़े दिए, मैं बीमार था तूने मेरी सुधि ली, मैं बंदी गृह में था तू मुझसे मिलने आए। You see, but the Bible says, we saw in Matthew, if you see Matthew 5, it says, blessed are they that hunger and thirst after righteousness, for they will be filled. ਜਿਵੇਂ ਮਤੀ ਦੇ 5 ਹੈਗਾ ਕਿ ਜਿਹੜੇ ਪਵਿੱਤਰਤਾ ਦੇ ਭੁੱਖੇ ਪਿਆਸੇ ਨੇ ਉਹ ਤ੍ਰਿਪਤ ਕੀਤੇ ਜਾਣਗੇ। And I said last week that these Matthew 25, he said, whatever you do to the least of my brethren, you do unto me. ਨਾਲੇ ਆਪਾਂ ਦੇਖਦੇ ਹਾਂ ਮਤੀ 25 ਉਹਨਾਂ ਨੇ ਕਿਹਾ ਕਿ ਜੋ ਤੁਸੀਂ ਮੇਰੇ ਇੱਕ ਛੋਟੇ ਤੋਂ ਛੋਟੇ ਭਰਾ ਵਾਸਤੇ ਕਰੋਗੇ ਉਹ ਤੁਸੀਂ ਮੇਰੇ ਵਾਸਤੇ ਕਰੋਗੇ। You see, Psalm 107:9, the Bible says, ਭਜਨ ਸੰਹਿਤਾ 107 ਦਾ 9 ਕਹਿੰਦਾ, for he satisfieth the longing soul and filleth the hungry soul with goodness. क्योंकि वह अभिलाषी जीव को संतुष्ट करता है और भूखे को उत्तम पदार्थों से तृप्त करता है। There is only one good thing for mankind. सिर्फ इक्को अच्छी चीज हैगी है मानव जाति वास्ते। It is the word of God. वो है परमेश्वर दा वचन। You and me are the hands and feet of Lord Jesus Christ. ਤੁਸੀਂ ਤੇ ਮੈਂ ਪ੍ਰਭੂ ਯਿਸੂ ਮਸੀਹ ਦੇ ਹੱਥ ਤੇ ਪੈਰ ਹੈਗੇ ਆ। We have to give the word of God to the hungry.
ਐਸ ਕਰਕੇ ਅਸੀਂ ਪਰਮੇਸ਼ਰ ਦਾ ਵਚਨ ਭੁੱਖੇ ਨੂੰ ਦੇਣਾ ਹੈ। Yes, there will be some people who are full and will reject what you are telling. ਹੋ ਸਕਦਾ ਕੁਝ ਲੋਕ ਕਿ ਸਮਝਣ ਨਾ ਅਸੀਂ ਭਰੇ ਆ ਤੇ ਤੁਹਾਨੂੰ ਨਕਾਰ ਦੇਣ। Sometimes we are shy to tell the gospel. ਕਈ ਵਾਰੀ ਸਾਨੂੰ ਸ਼ਰਮ ਆਉਂਦੀ ਹੈ We are nervous because we don't know what they will think. ਕਿਉਂਕਿ ਅਸੀਂ ਸੋਚਦੇ ਹਾਂ ਪਤਾ ਨਹੀਂ ਉਹ ਕੀ ਸੋਚਣਗੇ। Sometimes we are fearful that maybe they will come and arrest me because I am telling the gospel. ਕੁਛ ਨੂੰ ਡਰ ਹੁੰਦਾ ਹੈ ਵੀ ਸ਼ਾਇਦ ਮੈਨੂੰ ਅਰੈਸਟ ਨਾ ਕਰ ਲੈਣ ਕਿਉਂਕਿ ਮੈਂ ਸੁਸਮਾਚਾਰ ਸੁਣਾ ਰਿਹਾ। That fear which causes us, prevents us from telling God's word, preaching God's word, teaching God's word, has to be killed in fasting and prayer. ਤੇ ਬਹੁਤ ਜ਼ਰੂਰੀ ਹੈ ਕਿ ਇਹ ਜਿਹੜਾ ਡਰ ਹੈਗਾ ਜੇ ਪਰਮੇਸ਼ਰ ਦੇ ਵਚਨ ਦਾ ਪ੍ਰਚਾਰ ਕਰਨਾ ਸਿਖਾਉਣ ਦਾ ਇਹ ਚੀਜ਼ਾਂ ਜਿਹੜੀ ਹੈਗੀਆਂ ਨੇ ਪ੍ਰਾਰਥਨਾ ਤੇ ਉਪਵਾਸ ਹੀ ਜਾਣਗੀਆਂ। You have to fill the hungry who are hungering for God. ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਿਨ੍ਹਾਂ ਨੂੰ ਵਚਨ ਦੀ ਭੁੱਖ ਪਿਆਸ ਹੈਗੀ ਹੈ ਆਪਾਂ ਉਹਨੂੰ ਵਚਨ ਦਈਏ। Our own weaknesses, wickedness, everything cannot hold us back. ਸਾਡੀ ਜਿਹੜੇ ਆਪਣੀਆਂ ਬੁਰਾਈਆਂ ਤੇ ਕਮਜ਼ੋਰੀਆਂ ਨੇ ਉਹ ਸਾਨੂੰ ਦਬਾਣ ਨਾ। Bring the poor, next thing, that are cast in out of the house. ਇਸ ਕਰਕੇ ਜਿਹੜੇ ਬੰਦੇ ਆਪਣਾ ਬਾਹਰ ਕੱਢੇ ਗਏ ਨੇ ਉਹਨਾਂ ਨੂੰ ਘਰ ਲੈ ਕੇ ਆਓ। We go back to Isaiah 58:7. ਆਪਾਂ ਇਜ਼ਾਇਆ 58 ਦਾ 7 ਦੇਖਾਂਗੇ। How many of us are willing to take strangers into our house? ਆਪਾਂ ਜੋ ਕਿੰਨੇ ਲੋਕ ਤਿਆਰ ਨੇ ਕਿ ਇੱਕ ਜਿਹੜਾ ਅਜਨਬੀ ਹੈ ਉਹਨੂੰ ਘਰ ਲੈ ਆਣ। How many we say, oh brother, you don't know, we don't know their background, what they are, who knows, they will come and steal in our house. We are hesitant to bring strangers in. ਲੋਕੀ ਆਮ ਤੌਰ ਤੇ ਕਹਿੰਦੇ ਨੇ ਮੈਨੂੰ ਹਿਚਕਿਚਾਹਟ ਹੁੰਦੀ ਹੈ ਪਤਾ ਨਹੀਂ ਲੈ ਕੇ ਆਵਾਂਗੇ ਉਹਦਾ ਕੀ ਪੁਰਾਣਾ ਬੈਕਗ੍ਰਾਉਂਡ ਹੈਗਾ ਉਹ ਕੀ ਕਰੇਗਾ। Hebrews 13:2. ਇਬਰਾਨੀਆਂ 13 ਦਾ 2। Be not forgetful to entertain strangers, for thereby some have entertained angels unawares. वो कहते हैं पहुनाई करना ना भूलना क्योंकि इसके द्वारा कितनों ने अनजाने स्वर्गदूतों की पहुनाई की है। Strangers can be believers who have been thrown out of the house because they accepted Christ. ਜਿਹੜੇ ਅਜਨਬੀ ਨੇ ਐਸੇ ਲੋਕ ਵੀ ਹੋ ਸਕਦੇ ਨੇ ਜਿਨ੍ਹਾਂ ਨੇ ਕਿਉਂਕਿ ਪਰਮੇਸ਼ਰ ਦੇ ਵਚਨ ਨੂੰ ਕਬੂਲ ਕੀਤਾ ਹੈ ਤੇ ਉਹਨਾਂ ਨੂੰ ਘਰੋਂ ਨਿਕਾਲਤਾ ਗਿਆ। People who believed in Christ and their family members thought that he doesn't deserve a place in the house and they were thrown on the street. Bring them into your house. ਜਿਹੜੇ ਲੋਕਾਂ ਨੂੰ ਆਪਣੀ ਵਚਨ ਕਰਕੇ ਜੇ ਆਪਣੇ ਘਰ ਤੋਂ ਪਰੇਸ਼ਾਨੀ ਹੈਗੀ ਹੈ ਉਹਨਾਂ ਨੂੰ ਆਪਣੇ ਘਰ ਲੈ ਕੇ ਆਓ। Very few of us say, Lord, here it says we should not forget to entertain strangers. Why have you not sent strangers? I also want to entertain. I also want to entertain angels. We never ask God these things. We are always stuck up in our worldliness, you know. It's such a poor prayer we pray sometimes. ਅਸੀਂ ਕਈ ਵਾਰੀ ਇਹ ਜਿਹੜੀ ਪ੍ਰਾਰਥਨਾ ਹੈਗੀ ਹੈ ਉਹ ਕਮਜ਼ੋਰ ਕਰਦੇ ਹਾਂ ਕਿ ਅਸੀਂ ਕਦੋਂ ਕਿਹਾ ਵੀ ਜਿਹੜਾ ਬੰਦੇ ਨੂੰ ਆਪਣਾ ਭੁੱਖਾ ਹੈਗਾ ਉਹਨੂੰ ਕਰ ਲਿਆ ਬੰਦਾ ਤੁਸੀਂ ਰੱਬ ਕਦੇ ਕਿਹਾ ਨਹੀਂ ਹੈ ਗੱਲ। Because of the hardness of our hearts, maybe God doesn't bring strangers to our houses anymore. ਹੋ ਸਕਦਾ ਕਿਉਂਕਿ ਅਸੀਂ ਆਪਣੇ ਦਿਲਾਂ ਨੂੰ ਸਖਤ ਕੀਤਾ ਹੋਇਆ ਹੈ ਇਸ ਕਰਕੇ ਰੱਬ ਸਾਡੇ ਘਰ ਅਣਜਾਣ ਬੰਦੇ ਲੈ ਕੇ ਨਹੀਂ ਆਉਂਦਾ। Strangers could be even neighbors. ਜਿਹੜੇ ਅਜਨਬੀ ਤੁਹਾਡੇ ਪੜੋਸੀ ਹੋ ਸਕਦੇ ਨੇ। There clearly we are neglecting this side of it. ਇਸ ਕਰਕੇ ਅਸੀਂ ਜਿਹੜਾ ਇਹ ਪਹਿਲੂ ਹੈਗਾ ਜੀਵਨ ਦਾ ਇਹਨੂੰ ਨਜ਼ਰਅੰਦਾਜ਼ ਕਰਦੇ ਹਾਂ। This is what God expects. ਪਰਮੇਸ਼ਵਰ ਇਹ ਚਾਹੁੰਦਾ ਹੈ। Fasting and prayer can open our eyes. The blindness can fall off and say, Lord, oh, I have been so careless that I am only involved in me, myself and my people. ਤੇ ਜਿਹੜੀ ਉਪਵਾਸ ਤੇ ਪ੍ਰਾਰਥਨਾ ਹੈਗੀ ਹੈ ਸਾਡੀ ਇਹ ਜਿਹੜੀ ਕਮਜ਼ੋਰੀਆਂ ਜਾਂ ਡਿਠਾਈ ਹੈਗੀ ਇਹਦੇ ਤੋਂ ਬਾਹਰ ਨਿਕਾਲਦੀ ਹੈ ਤੇ ਅਸੀਂ ਜੇ ਰੱਬ ਦੇ ਕੰਮ ਹੈਗੇ ਨੇ ਉਹਨਾਂ ਨੂੰ ਕਰਨ ਵਾਸਤੇ ਤਿਆਰ ਹੁੰਦੇ ਹਾਂ। When thou seest the naked, the next thing that thou cover him. ਜਦੋਂ ਤੁਸੀਂ ਕਿਸੇ ਨੰਗੇ ਨੂੰ ਦੇਖੋ ਤੇ ਉਹਨੂੰ ਵਸਤਰ ਪਹਿਨਾਓ। No. You read translation 58:7. There's a difference there. किसी को नंगा देखकर वस्त्र पहनाना। Yes. It is to cover him. That translation is not so good. It says cover. Why I am using that? Because it specifically said that thou cover him. ਇਹਦਾ ਹੈਗਾ ਕਿ ਉਹ ਜੋ ਨੰਗਾ ਹੈਗਾ ਤਾਂ ਉਹਦਾ ਨੰਗਾਪਨ ਦੂਰ ਕਰਨਾ। You cover him. ਉਹਦਾ ਨੰਗਾਪਨ ਦੂਰ No, cover ਕਰਨਾ। him. How do you say in Hindi? Cover him. ਢਾਕਣਾ। That is what it is. Cover him. ਉਹਨੂੰ ਢਕਣਾ। You have to see, you know, we give unwanted clothes to charities. It's good. It's very noble of us. ਅਸੀਂ ਜਿਹੜੇ ਆਪਣੇ ਪਾਣ ਵਾਲੇ ਕੱਪੜੇ ਇਸਤੇਮਾਲ ਨਹੀਂ ਕਰਦੇ ਉਹ ਅਸੀਂ ਚੈਰਿਟੀ ਦੇ ਦਿੰਦੇ ਅੱਛੀ ਗੱਲ ਹੈ। Sometimes we give it to other people. ਕਈ ਵਾਰੀ ਦੂਸਰੇ ਲੋਕਾਂ ਨੂੰ ਦੇ ਦਿੰਦੇ Very good.
अच्छी गल है। But how many times we have asked God, Lord, we have so much you have given us. Please send somebody so we can give it to them. ਅਸੀਂ ਕਦੋਂ ਕਿਹਾ ਹੈ ਰੱਬ ਨੂੰ ਕਿ ਰੱਬ ਤੂੰ ਸਾਨੂੰ ਬਹੁਤ ਕੁਝ ਦਿੱਤਾ ਹੈਗਾ, ਕਿਸੇ ਨੂੰ ਭੇਜ ਤਾਂ ਕਿ ਅਸੀਂ ਆਪਣੇ ਸਮਾਨ ਕੋਈ ਕਿਸੇ ਨੂੰ ਦੇ ਸਕੀਏ। You know, God has to open our eyes so we can see it. ਜ਼ਰੂਰ ਹੈ ਕਿ ਪਰਮੇਸ਼ਰ ਸਾਡੇ ਅੱਖਾਂ ਖੋਲੇ When, ਤਾਂ ਕਿ ਅਸੀਂ ਦੇਖ ਸਕੀਏ। when thou seest who is naked. ਕਿਦੋਂ ਦੇਖਿਆ ਕਿ ਅਸੀਂ ਕੋਈ ਨੰਗਾ ਹੈਗਾ। He's talking about his brethren. Remember that. He's talking about his brethren. ਇੱਥੇ ਉਹ ਜਿਹੜੇ ਜਾਤੀ ਭਾਈ ਨੇ ਉਹਨਾਂ ਦੀ ਗੱਲ ਕਰ ਰਿਹਾ ਹੈ। Doesn't it make sense? Because this is one of the things we have to give account in heaven. ਇਹ ਜਿਹੜੀ ਚੀਜ਼ ਆਪਾਂ ਨੂੰ ਸਮਝ ਆਉਣੀ ਚਾਹੀਦੀ ਹੈ ਕਿਉਂਕਿ ਅਸੀਂ ਇਹਦਾ ਹਿਸਾਬ ਸਵਰਗ ਹੀ ਦੇਣਾ ਹੈ। There's another truth hidden in that verse. Listen to me carefully. ਇੱਕ ਹੋਰ ਸੱਚਾਈ ਇਹਦੇ ਛਿਪੀ ਹੈ। When your brother or sister is naked, ਜਦੋਂ ਤੁਹਾਡਾ ਭੈਣ ਜਾਂ ਭਰਾ ਨੰਗਾ ਹੈ, that is, the sin is exposed. ਮਤਲਬ ਜਿਹੜਾ ਉਹ ਗੁਨਾਹਗਾਰ ਹੈਗਾ ਤੇ ਉਹਦਾ ਗੁਨਾਹ ਜਿਹੜਾ ਹੈਗਾ ਉਹ ਸਾਰੇ ਸਾਹਮਣੇ ਆਇਆ ਹੈ। The sin is evident to you clearly. ਤੁਹਾਨੂੰ ਉਹਦਾ ਗੁਨਾਹ ਪਤਾ ਲੱਗਿਆ ਹੈ। You have to cover that sin. ਅਸੀਂ ਉਹਦੇ ਉਹ ਗੁਨਾਹ ਨੂੰ ਢੱਕਣਾ ਹੈ। Not make it open to others. ਦੂਜਾ ਤਾਂ ਉਹਦਾ ਢਿੰਡੋਰਾ ਨਹੀਂ ਪਿੱਟਣਾ। Deal with that secretly. Cover that brother or sister. ਉਹਨੂੰ ਤੁਸੀਂ ਆਪਣੇ ਤੱਕ ਰੱਖ ਕੇ ਉਹਦੀ ਮਦਦ ਕਰੋ। Deal with that with love. ਪ੍ਰੇਮ ਦੇ ਨਾਲ ਉਹਦਾ That's what God expects us. ਇਹ ਪਰਮੇਸ਼ਰ ਉਮੀਦ ਕਰਦਾ ਹੈ। Recently, a pastor was found to be in adultery, and the whole media is condemning him. ਇੱਕ ਜਿਹੜਾ ਪਾਦਰੀ ਸੀਗਾ ਉਹ ਵਿਅਭਿਚਾਰੀ ਫੜਿਆ ਗਿਆ ਤੇ ਸਾਰਾ ਮੀਡੀਆ 'ਚ ਉਹਦਾ ਢਿੰਡੋਰਾ ਪਿੱਟਿਆ। They are not covering his nakedness. ਉਹ ਉਹਦੀ ਨੰਗੇਪਨ ਨੂੰ ਢੱਕ ਨਹੀਂ ਰਹੇ। Every believer would have written to him, brother, you have fallen, but take heart, repent, and come back to God. That would have encouraged that brother. ਜੇ ਵਿਸ਼ਵਾਸੀ ਲੋਕਾਂ ਨੂੰ ਲਿਖਦੇ ਕਿ ਭਰਾ ਤੂੰ ਬੁਰਾਈ ਗਿਰ ਗਿਆ ਸੀ ਪਰ ਪਰਮੇਸ਼ਵਰ ਦੀ ਹਿੰਮਤ ਰੱਖ ਤੇ ਉਹਨੂੰ ਬੜੀ ਤਸੱਲੀ ਹੁੰਦੀ। He who is naked, who is found, cover him. ਜਿਹੜਾ ਕੋਈ ਨੰਗਾ ਹੈਗਾ ਤੁਸੀਂ ਉਹਨੂੰ ਢੱਕੋ। Proverbs 17:9, the Bible says, he that covereth a transgression seeketh love, but he that repeateth a matter separateth very friends. जो दूसरे के अपराध को ढांपता है वह प्रेम का खोजी ठहरता है, परंतु जो बात की चर्चा बार बार करता है वह परम मित्रों में भी फूट करा देता है। And James 5:20, the Bible says, जेम्स 5वीं वचन कहता है, let him know that he which converteth the sinner from the error of his ways shall save a soul from death and shall hide a multitude of sins. तो वह यह जान ले कि जो कोई किसी भटके हुए पापी को फेर लाएगा वह एक प्राण को मृत्यु से बचाएगा और अनेक पापों पर पर्दा डालेगा। A brother has fallen off the faith. जे कोई बंदा विश्वास तो गिर गया, Sister has fallen off the faith. जे कोई भैन गिर गई है Cover that sister. ਉਹਨੂੰ ਢੱਕੋ, Cover the brother. ਉਹ ਭਰਾ ਨੂੰ ਢੱਕੋ, Bring them back. ਵਾਪਸ ਲੈ That's ਕੇ what ਆਓ। James is saying. ਜੇਮਸ ਜੀ ਉਹ ਕਹਿ ਰਿਹਾ ਹੈ, Cover a multitude of sins. ਉਹ ਕਹਿੰਦਾ ਹੈ ਪਾਪਾਂ ਨੂੰ ਢੱਕੋ, Teaching God's word. ਵਚਨ ਸਿਖਾਓ, Demonstrating God's word. ਪਰਮੇਸ਼ਵਰ ਦਾ ਵਚਨ ਜੀਓ। That's what God expects from us. ਪਰਮੇਸ਼ਵਰ ਇਹ ਚਾਹੁੰਦੇ ਨੇ, But we are by nature very against this thing. ਪਰ ਅਸੀਂ ਸੁਭਾਈ ਤੌਰ ਤੇ ਇਹ ਚੀਜ਼ਾਂ ਦੇ ਖਿਲਾਫ ਆ। We say he's fallen, let him go. Who can go and talk to him? That's what our attitude is. ਅਸੀਂ ਕਹਿੰਦੇ ਆ ਉਹ ਬੰਦਾ ਗਿਰ ਗਿਆ ਹੈਗਾ, ਕੋਈ ਨਹੀਂ ਗਿਰਿਆ ਰਹਿਣ ਦੋ, ਕੌਣ ਉਹਨੂੰ ਉਠਾਏਗਾ। And the last thing God expects from us, ਤੇ ਆਖਰੀ ਚੀਜ਼ ਜੋ ਰੱਬ ਉਮੀਦ ਕਰਦਾ ਹੈ, hide not from your own flesh. ਆਪਣੇ ਸਰੀਰ ਤੋਂ ਆਪਣੇ ਆਪ ਨੂੰ ਨਾ ਛੁਪਾਓ। God is talking about the very, the drive in our flesh. ਪਰਮੇਸ਼ਵਰ ਇੱਥੇ ਜਿਹੜੀ ਚੀਜ਼ਾਂ ਸਾਡੇ ਸਰੀਰ ਨੂੰ ਕੰਮ ਕਰਨ ਸੇ ਤਿਆਰ ਕਰਦੇ ਉਹਨਾਂ ਦੀ ਗੱਲ ਕਰ ਰਿਹਾ ਹੈ। The drive to sin, ਜਿਹੜਾ ਪਾਪ ਕਰਨ ਦੀ ਇੱਛਾ ਹੈਗੀ the ਹੈ, habitual bend towards sin. ਜਿਹੜੀ ਆਦਤਨ ਅਸੀਂ ਗੁਨਾਹ ਕਰਦੇ ਹਾਂ। As we grow closer to God, ਜਿਵੇਂ ਅਸੀਂ ਪਰਮੇਸ਼ਵਰ ਦੇ ਨਜ਼ਦੀਕ ਆਉਂਦੇ ਹਾਂ, many times we think, oh, we are now closer to God. ਅਸੀਂ ਸੋਚਦੇ ਹਾਂ ਹੁਣ ਤਾਂ ਅਸੀਂ ਰੱਬ ਦੇ ਨਜ਼ਦੀਕ ਆ ਗਏ, But we have to be very vigilant at that time. ਪਰ ਆਪਾਂ ਨੂੰ ਬੜਾ ਸਤਰਕ ਰਹਿਣ ਦੀ ਲੋੜ ਹੈ। 1 Corinthians 10:12, the Bible says, wherefore let him that thinketh he standeth take heed lest he fall. पहला कुरिन्थियों 10:12 कहते हैं, इसलिए जो समझता है कि मैं स्थिर हूँ वह चौकस रहे कि कहीं गिर ना पड़े। The cunningness of the flesh I want to show you.
ਮੈਂ ਤੁਹਾਨੂੰ ਸਰੀਰ ਦੀ ਜਿਹੜੀ ਆਪਣਾ ਬੁਰਾਈ ਹੈ ਦਿਖਾਣਾ ਚਾਹੁੰਦਾ Many of us, as we grow in as years pass in our Christian life, ਜਿਵੇਂ ਆਪਾਂ ਦੇ ਮਸੀਹ ਜੀਵਨ ਵਿੱਚ ਕੁਝ ਸਾਲ ਹੋ ਜਾਂਦੇ ਨੇ we develop a very casual attitudes towards sin. ਅਸੀਂ ਜਿਹੜਾ ਗੁਨਾਹ ਦੇ ਪ੍ਰਤੀ ਸਾਡਾ ਜਿਹੜਾ ਰੁਝਾਨ ਹੁੰਦਾ ਹੈ ਉਹ ਆਮ ਹੋ ਜਾਂਦਾ ਹੈ And then the things of God also becomes very common. ਤੇ ਜਿਹੜੇ ਪਰਮੇਸ਼ਵਰ ਦੇ ਆਪਣਾ ਗੱਲਾਂ ਹੈਗੀਆਂ ਨੇ ਉਹ ਸਾਨੂੰ ਉਹ ਵੀ ਆਮ ਲੱਗਦੀਆਂ ਨੇ It should be opposite actually. ਉਹਦਾ ਉਲਟ ਹੋਣਾ ਚਾਹੀਦਾ ਹੈ We pray less than what we were praying when we came to Christ. ਅਸੀਂ ਘੱਟ ਪ੍ਰਾਰਥਨਾ ਕਰ ਰਹੇ ਹੁੰਦੇ ਹਾਂ ਬਨਿਸਬਤ ਜਦੋਂ ਕਿ ਪਰਮੇਸ਼ਵਰ ਦੇ ਜੀਵਨ ਚ ਆਏ ਸੀ We give to God less than what we were giving before when we came to Christ. ਅਸੀਂ ਪਰਮੇਸ਼ਵਰ ਨੂੰ ਘੱਟ ਆਪਣਾ ਦਿੰਦੇ ਹਾਂ ਦਸ਼ਵਾਂਸ਼ ਬਨਿਸਬਤ ਜਦੋਂ ਕਿ ਆਏ ਸੀ We read the Bible less than what we were doing before. ਅਸੀਂ ਬਾਈਬਲ ਘੱਟ ਪੜ੍ਹਦੇ ਜਦੋਂ ਆਏ ਸੀ ਜ਼ਿਆਦਾ ਪੜ੍ਹਦੇ ਸੀ And we think it is growth. ਤੇ ਅਸੀਂ ਸਮਝਦੇ ਹਾਂ ਸਾਡੀ ਤਰੱਕੀ It's ਹੈ actually a fall. ਇਹ ਗਿਰਾਵਟ ਹੈ We are not growing closer to God, but we are growing far away from Him. ਅਸੀਂ ਰੱਬ ਦੇ ਨਜ਼ਦੀਕ ਨਹੀਂ ਹੋ ਰਹੇ ਰੱਬ ਤੋਂ ਦੂਰ ਹੋ ਰਹੇ ਹਾਂ The more the years pass, the less time we have for God. ਜਿੰਨੇ ਜ਼ਿਆਦਾ ਸਾਲ ਬੀਤਦੇ ਨੇ ਉਹਨਾਂ ਸਾਡੇ ਕੋਲ ਰੱਬ ਵਾਸਤੇ ਘੱਟ We ਟਾਈਮ only have the appearance of a believer. ਸਿਰਫ ਆਪਣਾ ਜਿਹੜਾ ਵਿਸ਼ਵਾਸੀ ਦਾ ਮਖੌਟਾ We ਹੈ have become clouds without rain. ਅਸੀਂ ਉਹ ਬਾਦਲ ਆ ਜਿਹਨੇ ਬਾਰਿਸ਼ ਨਹੀਂ ਹੈਗੀ We have the form, but not the power. ਸਾਡੇ ਕੋਲ ਉਹਦੀ ਆਪਣਾ ਬਣਾਵਟ ਹੈਗੀ ਹੈ ਪਰ ਤਾਕਤ ਨਹੀਂ ਹੈ The Spirit of God is warning us inside. ਪਵਿੱਤਰ ਆਤਮਾ ਸਾਨੂੰ ਚੇਤਾਵਨੀ ਦਿੰਦੀ He ਹੈ is grieving inside. ਉਹ ਆਪਣਾ ਸ਼ੋਕਿਤ ਹੁੰਦੇ ਨੇ That is why it is time to start fasting and prayer so we can focus on our flesh. ਇਸ ਕਰਕੇ ਸਮੇਂ ਹੈਗਾ ਜਦੋਂ ਕਿ ਪ੍ਰਾਰਥਨਾ ਤੋਂ ਉਪਵਾਸ ਕਰੀਏ ਤਾਂ ਕਿ ਆਪਣੇ ਸਰੀਰ ਦੇ ਕੰਮਾਂ ਤੇ ਜਿੱਤ ਪਾਈਏ Our eyes are on other men and women of God or other believers. ਸਾਡੀ ਅੱਖਾਂ ਦੂਜੇ ਭੈਣ ਭਰਾਵਾਂ ਤੇ ਹੁੰਦੀਆਂ ਨੇ ਵਿਸ਼ਵਾਸੀਆਂ When ਤੇ they fall, we are shocked, we are depressed. ਤੇ ਜਦੋਂ ਗਿਰਦੇ ਨੇ ਉਦੋਂ ਸਾਨੂੰ ਚੋਟ ਲੱਗਦੀ ਹੈ Our true nature can only be seen in the glory of God. ਸਾਡੀ ਜਿਹੜੀ ਸਹੀ ਪਹਿਚਾਨ ਹੈਗੀ ਹੈ ਉਹ ਸਿਰਫ ਪਰਮੇਸ਼ਵਰ ਦੇ ਜਲਾਲ ਹੀ ਪਤਾ ਲੱਗਦੀ If ਹੈ we don't have a time to spend time with God, in the presence of God, we will continue in our believer's life just like the way this year won't be different from last year. ਜੇ ਅਸੀਂ ਪਰਮੇਸ਼ਵਰ ਦੇ ਕੰਮਾਂ 'ਚ ਰੋਚਕਤਾ ਨਹੀਂ ਦਿਖਾਉਂਦੇ ਫਿਰ ਸਾਡਾ ਜੀਵਨ ਦੇ ਸਾਲ ਜਿਹੜੇ ਹੈਗੇ ਨੇ ਜਿਵੇਂ ਪਿਛਲਾ ਸਾਲ ਲੰਘ ਗਿਆ ਸੀ ਉਹ ਇਹ ਸਾਲ ਨਿਕਲ ਜਾਏਗਾ Time for some shock treatment. ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਹਿਲਾਈਏ Shock, fasting and prayer. ਤੇ ਪ੍ਰਾਰਥਨਾ ਤੇ ਉਪਵਾਸ ਹੀ ਜਾਈਏ Focus on God and His purposes. ਤੇ ਆਪਣਾ ਜਿਹੜਾ ਨਿਸ਼ਾਨ ਹੈਗਾ ਉਹ ਪਰਮੇਸ਼ਵਰ ਦੇ ਕੰਮਾਂ So that ਵੱਲ we ਹੈ। will fulfill all the will that He has for our lives. ਤੇ ਜੋ ਪਰਮੇਸ਼ਵਰ ਨੇ ਸਾਡੇ ਵਾਸਤੇ ਯੋਜਨਾਵਾਂ ਬਣਾਈਆਂ ਨੇ ਉਹਨਾਂ ਨੂੰ ਪੂਰਾ ਕਰੀਏ Fasting should be a lifestyle. ਇਸ ਕਰਕੇ ਉਪਵਾਸ ਕਰਨਾ ਜਿਹੜਾ ਹੈਗਾ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਹੋਣਾ It should ਚਾਹੀਦਾ be as regular as we look in the mirror. ਇਹ ਉਹਨਾਂ ਆਮ ਹੋਣਾ ਚਾਹੀਦਾ ਜਿੰਨੇ ਵਾਰ ਅਸੀਂ ਚਿਹਰਾ ਦੇਖਦੇ ਹਾਂ We look ਸ਼ੀਸ਼ੇ 'ਚ। in the mirror at least once a day. ਅਸੀਂ ਕਮ ਸੇ ਕਮ ਇੱਕ ਵਾਰੀ ਸ਼ੀਸ਼ਾ ਦੇਖਦੇ Some ਹਾਂ people look in the mirror 100 times a day. That's different. ਕਈ 100 ਵਾਰੀ ਦੇਖਦੇ ਨੇ ਅਲੱਗ ਗੱਲ ਹੈ So when we fast and go, we are looking into the face of the Father. ਤੇ ਜਦੋਂ ਅਸੀਂ ਉਪਵਾਸ ਕਰਕੇ ਪ੍ਰਾਰਥਨਾ ਕਰਦੇ ਹਾਂ ਤੇ ਅਸੀਂ ਪਰਮੇਸ਼ਵਰ ਦੇ ਚਿਹਰੇ ਆਪਣਾ ਚਿਹਰਾ ਦੇਖਦੇ ਹਾਂ His holiness reveals our imperfectness. ਤੇ ਉਹਨਾਂ ਦੀ ਪਵਿੱਤਰਤਾ ਹੀ ਸਾਡੀ ਕਮਜ਼ੋਰੀਆਂ ਦਿਖਾਉਂਦੀ ਹੈ If you are giving excuses for prayer, ਜੇ ਤੁਹਾਡੇ ਕੋਲ ਬਹਾਨੇ ਨੇ ਪ੍ਰਾਰਥਨਾ ਦੇ personal prayer, ਨਿੱਜੀ ਪ੍ਰਾਰਥਨਾ group prayer, ਗਰੁੱਪ ਪ੍ਰੇਅਰ personal Bible reading, ਖੁਦ ਵਚਨ ਪੜ੍ਹਨਾ and other spiritual disciplines, ਤੇ ਦੂਸਰੇ ਰੂਹਾਨੀ ਜਿਹੜੇ ਡਿਸਪਲਿਨ ਹੈਗੇ ਨੇ you need shock treatment. You need fasting and prayer. ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਤੁਸੀਂ ਪ੍ਰਾਰਥਨਾ ਤੇ ਉਪਵਾਸ ਕਰੋ We have now seen 4 things God expects from us. ਅਸੀਂ 4 ਚੀਜ਼ਾਂ ਦੇਖੀਏ ਜੋ ਪਰਮੇਸ਼ਰ ਉਮੀਦ ਕਰਦੇ ਨੇ Real bread to the hungry. ਭੁੱਖੇ ਨੂੰ ਭੋਜਨ ਦਿਓ You read and get the rhema from God and distribute it. ਤੁਸੀਂ ਵਚਨ ਪੜੋ ਰੇਮਾ ਲਓ ਤੇ ਜਿਹੜੇ ਦੂਜੇ ਭੈਣ ਭਰਾ ਹੈਗੇ ਨੇ ਉਹਨਾਂ ਤੱਕ ਸਾਂਝੀ ਕਰੋ Bring strangers in. ਅਜਨਬੀਆਂ ਨੂੰ ਘਰ ਲਿਆਓ Say, Lord, you bring the strangers, I'll take them in, I'll look after them. Here I am. ਤੁਸੀਂ ਕਹੋ ਰੱਬ ਮੈਂ ਇੱਥੇ ਹੈਗਾ ਵਾਂ ਤੂੰ ਅਜਨਬੀ ਲੈ ਕੇ ਆ ਤੇ ਮੈਂ ਉਹਦੀ ਆਪਣਾ ਪਹੁਨਾਈ ਕਰਾਂਗਾ When you see a brother or sister naked, cover them. ਜਦੋਂ ਤੁਸੀਂ ਆਪਣਾ ਕਿਸੇ ਭੈਣ ਜਾਂ ਭਰਾ ਨੂੰ ਨੰਗਾ ਦੇਖੋ
ਤੇ ਉਹਨੂੰ ਆਪਣਾ ਢਕੋ। Hide not from your own flesh. ਆਪਣੇ ਸਰੀਰ ਤੋਂ ਛੁਪਾਓ ਨਹੀਂ ਆਪਣੇ ਆਪ When you do all these things, there is a promise from God. ਜਦੋਂ ਤੁਸੀਂ ਐਸਾ ਕੁਝ ਕਰੋਗੇ ਰੱਬ ਵੱਲੋਂ ਤੁਹਾਨੂੰ ਇੱਕ ਵਾਅਦਾ ਹੈਗਾ। I'm not saying that you have to completely get rid of it. ਮੈਂ ਨਹੀਂ ਕਿਹਾ ਤੁਹਾਨੂੰ ਪੂਰੀ ਤਰ੍ਹਾਂ ਇਹਨੂੰ ਕੀ ਕਹਿੰਦੇ ਨੇ ਪੂਰਾ ਕਰਨਾ ਹੈ। As you set on this journey, ਜਿਵੇਂ ਤੁਸੀਂ ਇਹ ਯਾਤਰਾ ਸ਼ੁਰੂ ਕਰਦੇ ਹੋ, as this wickedness and other things start to calm down, go off, the light starts to glow in us. ਤੇ ਜਿਵੇਂ ਬੁਰਾਈ ਸਾਡੇ ਅੰਦਰ ਘੱਟ ਹੋਣੀ ਸ਼ੁਰੂ ਹੋਏਗੀ ਪਰਮੇਸ਼ਵਰ ਦਾ ਜਲਾਲ ਜ਼ਾਹਰ ਹੋਣਾ ਸ਼ੁਰੂ ਹੋਏਗਾ। Isaiah 58:8 and the first part of 9 says like this: Then shall thy light break forth as the morning, thy health shall spring forth speedily, and thy righteousness shall go before thee. The glory of God shall be thy reward, re-reward. Then thou shalt call, and the Lord shall answer. Thou shalt cry, and he shall say, Here I am. तब तेरा प्रकाश पो फटने के नहीं चमकेगा और तू शीघ्र चंगा हो जाएगा। तेरा धर्म तेरे आगे आगे चलेगा, यहोवा का तेज तेरे पीछे रक्षा करता चलेगा। तब तू पुकारेगा और यहोवा उत्तर देगा, तू दुहाई देगा और वह कहेगा मैं यहाँ हूँ। The rewards ਜਿਹੜੇ ਉਹਦੇ ਇਨਾਮ ਹੈਗੇ ਨੇ of setting your flesh right. ਕਿ ਅਸੀਂ ਆਪਣੇ ਸਰੀਰ ਨੂੰ ਕਬਜ਼ੇ 'ਚ ਲੈ ਕੇ ਆਈਏ। Mortifying the deeds of the flesh. ਜਿਹੜੇ ਸਰੀਰ ਦੇ ਕੰਮਾਂ ਨੂੰ ਆਪਣਾ ਮੋਡੀਫਾਈ ਕਰੀਏ। What a wonderful promise. ਕਿਆ ਅਦਭੁਤ ਵਾਅਦਾ ਹੈਗਾ। You are the light of the world, he has declared to us already. ਸਾਨੂੰ ਪਰਮੇਸ਼ਵਰ ਨੇ ਪਹਿਲੇ ਐਲਾਨ ਕੀਤਾ ਹੈ ਕਿ ਅਸੀਂ ਇਹ ਸੰਸਾਰ ਦੀ ਰੋਸ਼ਨੀ ਹੈਗੇ ਆ। The light will start to glow. ਤੇ ਜਿਹੜੀ ਇਹ ਰੋਸ਼ਨੀ ਹੈਗੀ ਹੈ ਇਹ ਹੋਰ ਤੇਜ਼ ਹੋਏਗੀ। People will come to you and ask you, what is this I am seeing in you? ਲੋਕੀ ਆ ਕੇ ਪੁੱਛਣਗੇ ਤੁਹਾਡੀ ਕੀ ਖਾਸ ਗੱਲ ਹੈ। Now they don't see any light. ਹੁਣ ਕੋਈ ਰੋਸ਼ਨੀ ਨਹੀਂ They ਦੇਖਦੇ। think that you are another of those weird believers who believe in the Bible and nothing else they can see. ਉਹ ਕਹਿੰਦੇ ਤੁਸੀਂ ਦੂਸਰੇ ਵਿਸ਼ਵਾਸੀਆਂ ਤਰ੍ਹਾਂ ਹੈਗੇ ਹੋ, ਤੁਹਾਡੇ ਕੋਈ ਖਾਸ ਨਹੀਂ ਹੈਗਾ। And the righteousness will go before thee. ਤੇ ਪਵਿੱਤਰਤਾ ਹੀ ਤੁਹਾਡੇ ਤੋਂ ਅੱਗੇ ਜਾਏਗੀ। When people look at you, they will only get one thing to mind: he's a righteous guy, righteous girl, righteous person. ਲੋਕ ਤੁਹਾਡੇ ਵੱਲ ਦੇਖਣਗੇ ਤੇ ਕਹਿਣਗੇ ਇਹ ਧਰਮੀ ਇਨਸਾਨ ਹੈ। And the glory of God will be behind. ਤੇ ਪਰਮੇਸ਼ਵਰ ਦਾ ਜਿਹੜਾ ਜਲਾਲ ਹੈ ਤੁਹਾਡੇ ਪਿੱਛੇ ਹੋਏਗਾ। You will cry to the Lord and he'll say, Here I am. ਤੁਸੀਂ ਪਰਮੇਸ਼ਵਰ ਨੂੰ ਪੁਕਾਰੋਗੇ ਤੇ ਪਰਮੇਸ਼ਵਰ ਕਹੇਗਾ ਮੈਂ ਇੱਥੇ ਹੈਗਾ ਵਾਂ। There are a couple of more serious sins that as you are giving up, there are two more things which had to be mentioned later by God. That why? Because they are very, very important. We'll come to them now. ਤੇ ਹੁਣ ਆਪਾਂ ਦੇਖਾਂਗੇ ਦੋ ਹੋਰ ਖਾਸ ਗੱਲਾਂ ਹੈਗੀਆਂ ਨੇ ਜਿਹੜਾ ਕਿ ਪਰਮੇਸ਼ਰ ਦਾ ਵਚਨ ਸਾਨੂੰ ਅਗਾਹ ਕਰਦਾ ਹੈ। 58:9. ਇਜ਼ਾਇਆ 58 ਦਾ 9 He says, If you take away from the midst of thee the yoke, the putting forth of the finger and speaking vanity. यदि तू अंधेर करना और उंगली मटकाना और दुष्ट बातें करना छोड़ दे। Putting forth, yoke of putting forth the finger, अंधेर करना ते उंगली मटकाना, speaking vanity, दुष्ट बातें बोलना, pointing the finger, दूजे ते उंगली उठाना, blaming others, दूजा ते अपना दूजा ਨੂੰ ਬਲੇਮ ਕਰਨਾ, blaming circumstances, ਹਾਲਾਤਾਂ ਨੂੰ ਦੋਸ਼ ਦੇਣਾ, blaming our work, ਕੰਮ ਨੂੰ ਦੋਸ਼ ਦੇਣਾ, blaming our business, ਵਪਾਰ ਨੂੰ ਦੋਸ਼ ਦੇਣਾ, blaming our children. ਬੱਚਿਆਂ ਨੂੰ ਦੋਸ਼ ਦੇਣਾ। I'm not talking about violent people, I'm talking about good believers here. ਮੈਂ ਜਿਹੜੇ ਝਗੜਾਲੂ ਨੇ ਉਹਨਾਂ ਲੋਕਾਂ ਦੀ ਗੱਲ ਨਹੀਂ ਕਰ ਰਿਹਾ, ਜਿਹੜੇ ਅੱਛੇ ਵਿਸ਼ਵਾਸੀ ਨੇ ਉਹਨਾਂ ਦੀ ਗੱਲ ਕਰ ਰਿਹਾ। Many times we say, oh brother, too much work, I'm so tired, I can't read Bible, I can't pray, I have to get up in the morning, go to work. Blame the work. ਕਈ ਲੋਕ ਕਹਿੰਦੇ ਨੇ ਵੀ ਮੈਂ ਬਹੁਤ ਥੱਕਿਆ ਹਾਂ, ਮੇਰਾ ਕੰਮ ਬਹੁਤ ਜ਼ਿਆਦਾ ਹੈਗਾ, ਸਵੇਰੇ ਫਿਰ ਕੰਮ ਤੇ ਜਾਣਾ ਹੈ, ਇਸ ਕਰਕੇ ਮੈਂ ਬਾਈਬਲ ਨਹੀਂ ਪੜ੍ਹ ਸਕਦਾ। ਅਸੀਂ ਆਪਣੇ ਕੰਮ ਨੂੰ ਦੋਸ਼ੀ ਕਰਨੇ ਆ, Pointing the finger. ਉਂਗਲੀ ਚੱਕਨੇ ਆ। Oh, my wife or my husband or my friend, no change in their life. How can there be change in me? Pointing of finger. ਅਸੀਂ ਕਹਿੰਦੇ ਆ ਮੇਰੇ ਪਤੀ ਜਾਂ ਪਤਨੀ 'ਚ ਫਰਕ ਨਹੀਂ ਹੈ ਤੇ ਮੇਰੇ 'ਚ ਫਰਕ ਕਿਵੇਂ ਆਏਗਾ? We don't point at our heart. ਅਸੀਂ ਆਪਣੇ ਦਿਲ ਵੱਲ ਨਹੀਂ ਕਰਦੇ, We accuse others. ਅਸੀਂ ਦੂਜਿਆਂ ਤੇ ਦੋਸ਼ ਲਾਉਂਦੇ ਆ। Useless fellow. He thinks too great of himself. He's trying to tell me. Look at his own life. Pointing fingers. ਅਸੀਂ ਦੂਜੇ ਨੂੰ ਕਹਿੰਦੇ ਕਿ ਉਹ ਬੇਕਾਰ ਹੈਗਾ ਤੇ ਮੇਰੇ ਤੇ ਉਂਗਲੀ ਚੱਕਦਾ ਹੈਗਾ। ਅਸੀਂ ਖੁਦ ਤੇ ਉਂਗਲੀ ਚੱਕਣੀ ਚਾਹੀਦੀ। But we are master hypocrites, not regular hypocrites. ਤੇ ਪਰ ਅਸੀਂ ਮਾਸਟਰ ਹਿਪੋਕਰੇਟ ਹੈਗੇ, ਛੋਟੇ ਮੋਟੇ ਨਹੀਂ ਹੈਗੇ। Let me define it.
ਦੱਸਣਾ ਮੈਂ Master ਕਿਵੇਂ। hypocrites are we tell everything in our heart. We don't tell anything from our mouth. ਅਸੀਂ ਸਿਰਫ ਆਪਣੇ ਦਿਲ 'ਚ ਗੱਲਾਂ ਕਰਨੇ ਆ, ਮੂੰਹ ਨਾਲ ਗੱਲਾਂ ਨਹੀਂ ਕਰਦੇ। Outside we don't say anything. ਬਾਹਰੀ ਰੂਪ ਨਾਲ ਗੱਲ ਨਹੀਂ ਕਰਦੇ। Outside, thank you brother, you are such a blessing. Inside you say, what is this guy? I know his life. Pointing fingers. ਅਸੀਂ ਜਿਵੇਂ ਇੱਕ ਬਾਹਰੀ ਤੌਰ ਤੇ ਕਹਿੰਦੇ ਵੀ ਤੂੰ ਤਾਂ ਬੜਾ ਆਸ਼ੀਸ਼ਿਤ ਹੈਗਾ ਮੇਰੇ ਵਾਸਤੇ, ਪਰ ਬਾਹਰੀ ਸਾਡੀ ਗੱਲਾਂ ਦੂਜੀਆਂ ਹੁੰਦੀਆਂ ਨੇ। Sometimes maybe the spouses may talk between each other, but many times it's inside the heart. ਆਮ ਤੌਰ ਤੇ ਹੋ ਸਕਦਾ ਪਤੀ ਪਤਨੀ ਗੱਲ ਕਰਨ, ਪਰ ਆਮ ਤੌਰ ਤੇ ਲੋਕਾਂ ਨੇ ਦਿਲ 'ਚ ਰੱਖਿਆ ਹੁੰਦਾ। The very nature of our flesh is to point finger. ਤੇ ਸਾਡਾ ਜਿਹੜਾ ਸਰੀਰਿਕ ਸੁਭਾਅ ਹੈਗਾ ਕਿ ਅਸੀਂ ਉਂਗਲੀ ਚੱਕਨੇ ਆ Oh, what about this guy? ਕਿ ਉਹ ਬੰਦੇ ਦੇ ਬਾਰੇ ਕੀ ਹੈ। You see, in the Garden of Eden, the flesh already exhibited it. ਆਦਮ ਦੀ ਵਾਟਿਕਾ ਸਰੀਰ ਨੇ ਆਪਣਾ ਜ਼ੋਰ ਪਹਿਲੇ ਦਿਖਾਇਆ, Eve blamed the serpent. ਤੇ ਹਵਾ ਨੇ ਸ਼ੈਤਾਨ ਤੇ ਦੋਸ਼ ਲਗਾਇਆ। Adam blamed Eve and Adam blamed God. ਆਦਮ ਨੇ ਆਪਣਾ ਹਵਾ ਤੇ ਦੋਸ਼ ਲਗਾਇਆ ਤੇ ਰੱਬ ਤੇ ਲਗਾਇਆ। When we fast and pray, ਜਦੋਂ ਅਸੀਂ ਪ੍ਰਾਰਥਨਾ ਤੇ ਉਪਵਾਸ when ਕਰਦੇ you ਹਾਂ, go and kneel before God in fasting and prayer, ਜਦੋਂ ਅਸੀਂ ਪਰਮੇਸ਼ਵਰ ਦੇ ਘੁਟਨੇ ਵੱਲ ਹੁੰਦੇ ਆ ਪ੍ਰਾਰਥਨਾ ਤੇ ਉਪਵਾਸ ਵਿੱਚ, when we focus on the glory of God, ਜਦੋਂ ਸਾਡਾ ਜਿਹੜਾ ਨਿਸ਼ਾਨ ਪਰਮੇਸ਼ਵਰ ਦਾ ਜਲਾਲ ਹੁੰਦਾ ਹੈ, the Lord will have the opportunity of showing us who we are. ਤੇ ਫਿਰ ਰੱਬ ਸਾਨੂੰ ਦਿਖਾਉਂਦਾ ਹੈ ਕਿ ਸਾਡੀ ਅਸਲੀਅਤ ਕੀ ਹੈ। Because if you eat a stomach full and go, you will tend to sleep. ਕਿਉਂਕਿ ਜੇ ਤੁਸੀਂ ਭਰਪੇਟ ਹੋ ਕੇ ਜਾਓਗੇ ਤੇ ਜ਼ਰੂਰ ਜਾ ਕੇ ਸੋਵੋਗੇ। Only He can reveal our secret sins. ਸਿਰਫ ਪਰਮੇਸ਼ਵਰ ਹੀ ਸਾਡੇ ਜਿਹੜੇ ਗੁੱਝੇ ਗੁਨਾਹ ਨੇ ਉਹ ਦਰਸਾ ਸਕਦਾ ਹੈ। Pointing of finger is a secret sin. That's what I'm saying. ਮੈਂ ਕਹਿਣਾ ਚਾਹ ਰਿਹਾ ਜਿਹੜਾ ਉਂਗਲੀ ਮਟਕਾਣਾ ਹੈਗਾ ਇਹ ਛੁਪਿਆ ਗੁਨਾਹ ਹੈਗਾ। Master Pharisees, ਆਪਾਂ ਮਾਸਟਰ ਫਰੀਸੀ ਹੈਗੇ, master hypocrites, ਮਾਸਟਰ ਹਿਪੋਕਰੇਟਸ ਹੈਗੇ ਆ, secret sins. ਛੁਪੇ ਹੋਏ ਗੁਨਾਹ ਹੈਗੇ। Psalm 90 verse 8, Moses, when he wrote this psalm, said, Thou hast set our iniquities before thee, our secret sins in the light of your countenance. ਅਤੇ मूसा ਕਹਿੰਦਾ ਹੈ ਭਜਨ ਸੰਹਿਤਾ 90 ਦੇ 8 ਵਿੱਚ, तूने हमारे अधर्म के कामों से हमें सम्मुख और हमारे छुपे हुए पापों को अपने मुख की ज्योति में रखा See है। the difference? Secret sins, iniquities. They are completely different things. ਅਤੇ ਛੁਪੇ ਗੁਨਾਹ ਤੇ ਬੁਰਾਈ ਦੋਨੋਂ ਵੱਖਰੇ It's ਚੀਜ਼ਾਂ। only in the glory of God we can see ourselves. ਇਹ ਸਿਰਫ ਪਰਮੇਸ਼ਵਰ ਦੇ ਜਲਾਲ ਵਿੱਚ ਅਸੀਂ ਦੇਖ ਸਕਦੇ ਹਾਂ। Yes, sometimes preaching can help. ਪ੍ਰਚਾਰ ਮਦਦ ਕਰਦਾ ਹੈ। It is like a story told once. ਜਿਵੇਂ ਇੱਕ ਵਾਕਿਆ ਦੱਸਿਆ, There was a town full of ducks. ਉੱਥੇ ਇੱਕ ਡਕਸ ਦਾ ਪੂਰਾ ਟਾਊਨ ਸੀਗਾ। One Sunday morning, all the ducks walked to church. ਇੱਕ ਸੰਡੇ ਮਾਰਨਿੰਗ ਸਾਰੇ ਜਿਹੜੇ ਡਕ ਸੀਗੀਆਂ ਉਹ ਕਲੀਸਿਆ ਚੱਲ The ਪਈਆਂ। preacher was preaching. ਪ੍ਰਚਾਰਕ ਪ੍ਰਚਾਰ ਕਰ They ਰਿਹਾ said, ਸੀ। he was saying, you ducks, you are entitled to fly freely. Why are you still walking? ਉਹ ਕਹਿੰਦਾ ਤੁਸੀਂ ਤਾਂ ਉੱਡ ਸਕਦੀ ਹੋ, ਤੁਸੀਂ ਅਜੇ ਵੀ ਕਿਉਂ ਚੱਲ ਰਹੀਆਂ ਹੋ। All the ducks said, praise God. ਸਾਰਿਆਂ ਨੇ ਕਿਹਾ ਪ੍ਰੇਜ਼ ਗॉड। After the church, ਕਲੀਸਿਆ ਤੋਂ ਬਾਅਦ they went walking home. ਉਹ ਵਾਪਸ ਪੈਦਲ ਚੱਲ ਕੇ ਗਈਆਂ। It is like that. Preaching is like that. ਪ੍ਰਚਾਰ ਉਸ ਤਰ੍ਹਾਂ ਹੁੰਦਾ ਹੈ। Good message, pastor. ਅਸੀਂ ਕਹਿੰਦੇ ਆ ਪਾਦਰੀ ਬੜਾ ਅੱਛਾ ਸੰਦੇਸ਼ ਹੈਗਾ, So what did you do about it? ਪਰ ਤੁਸੀਂ ਉਹਦਾ ਕੀਤਾ ਕੀ? Next week I ask, what did you do about it? They say, oh, what did you preach, pastor? We don't remember now. ਅਗਲੇ ਹਫਤੇ ਯਾਦ ਹੀ ਨਹੀਂ ਹੁੰਦਾ ਕਿ ਪਿਛਲੇ ਹਫਤੇ ਕੀ ਦੱਸਿਆ ਸੀ। That is our state. ਇਹ ਸਾਡੀ ਹਾਲਤ ਹੈ। That is the burden of the flesh. ਇਹ ਸਾਡੇ ਸਰੀਰ ਨੇ ਸਾਡੇ ਤੇ ਬੋਝ I ਪਾਇਆ। don't blame any of you. ਮੈਂ ਤੁਹਾਨੂੰ ਦੋਸ਼ ਨਹੀਂ ਲਾ ਰਿਹਾ, But now I can, because now I am telling you the way out of it. ਪਰ ਹੁਣ ਮੈਂ ਤੁਹਾਨੂੰ ਇਹਦੇ ਚੋਂ ਰਸਤਾ ਨਿਕਾਲਣ ਦੀ ਗੱਲ ਦੱਸ ਰਿਹਾ। Fasting and prayer. ਪ੍ਰਾਰਥਨਾ ਤੇ ਉਪਵਾਸ, Blaming circumstances. ਹਾਲਾਤਾਂ ਦੇ ਦੋਸ਼ ਲਾਣਾ, Blaming pastor. ਪਾਦਰੀ ਤੇ ਲਾਣਾ, Blaming the spouse. ਪਤੀ ਜਾਂ ਪਤਨੀ ਤੇ ਲਾਣਾ, Blaming other believers. ਦੂਜੇ ਵਿਸ਼ਵਾਸੀ ਤੇ Blaming ਲਗਾਉਣਾ, children. ਬੱਚਿਆਂ ਤੇ ਲਗਾਣਾ, Blaming the government. ਸਰਕਾਰ ਤੇ ਲਾਣਾ, Blaming the police. ਪੁਲਿਸ ਤੇ ਲਾਣਾ। List goes on and on. ਇਹ ਲੰਬੀ ਫਹਿਰਿਸਤ ਹੈਗੀ ਹੈ। The yoke of pointing the finger. ਜਿਹੜਾ ਆਪਣਾ ਜੂਆ ਹੈਗਾ ਉਂਗਲੀ ਮਟਕਾਉਣ ਦਾ, That is the secret sin we have in our lives. ਇਹ ਗੁੱਜਾ ਗੁਨਾਹ ਹੈਗਾ ਸਾਡੇ ਜੀਵਨ ਵਿੱਚ। I'm not saying I'm free of it. I also have it.
ਮੈਂ ਨਹੀਂ ਕਹਿੰਦਾ ਕਿ ਮੈਨੇ ਤੋਂ ਆਜ਼ਾਦ ਹੈਗਾ ਵਾਂ, but I realized enough. Now I'm praying every day, Lord, the yoke of pointing of finger, please remove from me. ਪਰ ਮੈਂ ਹੁਣ ਰੋਜ਼ ਪ੍ਰਾਰਥਨਾ ਕਰਨਾ ਕਿ ਜਿਹੜੇ ਮੇਰੇ ਅੰਦਰ ਹੈ ਉਂਗਲੀ ਮਟਕਾਉਣ ਦਾ ਗੁਨਾਹ ਹੈਗਾ ਹੈ, ਇਹ ਪਰਮੇਸ਼ਵਰ ਮੇਰੀ ਮਦਦ ਕਰੋ ਕਿ ਮੇਰੇ ਤੋਂ ਨਿਕਲੇ। This, one of the other secret sins is speaking vanity. ਇੱਕ ਦੂਸਰਾ क्या बेकार ਦੀ ਗੱਲਾਂ ਕਰਨਾ। No, read there. What does it say? 57:9, 58:9. Speaking vanity. ਦੁਸ਼ਟ ਬਾतें बोलना, Speaking vanity. ਦੁਸ਼ਟ ਗੱਲਾਂ ਕਹਿਣਾ, This is very subtle. ਇਹ ਬੜੀ ਅਜੀਬ ਤਰੀਕੇ ਦਾ ਹੈਗਾ। If you want to understand what is vanity, there is a whole book in the Bible called Ecclesiastes. ਜੇ ਤੁਸੀਂ ਇਹਨੂੰ ਸਮਝਣਾ ਚਾਹੁੰਦੇ ਹੋ ਤੇ ਬਾਈਬਲ ਦੀ ਪੁਸਤਕ ਹੈ ਇਕਲੀਸੀਆਸਟਸ ਨੂੰ ਦੇਖ ਸਕਦੇ ਹੋ। It tells you about all the vanity. ਇਹ ਉਹਦੇ ਸਾਰੀ ਦੁਸ਼ਟ ਗੱਲਾਂ ਬਾਰੇ ਦੱਸਿਆ ਗਿਆ। It will do you good to read that with the help of the Holy Spirit. ਇਹ ਉਹ ਤੁਹਾਡੀ ਮਦਦ ਕਰੇਗਾ ਪਵਿੱਤਰ ਆਤਮਾ ਦੀ ਸਹਿਭਾਗਿਤਾ ਨਾਲ ਪੜੋ। But your flesh doesn't like it when you read Ecclesiastes. ਪਰ ਤੁਹਾਡਾ ਸਰੀਰ ਉਹਨੂੰ ਪਸੰਦ ਨਹੀਂ ਕਰਦਾ ਜਦੋਂ ਪੜ੍ਹਦੇ ਹੋ। Let me explain. ਦੱਸਦਾ ਕਿਸ Because ਤਰ੍ਹਾਂ। you think it is all meaningless, no use of reading it. That's the attitude you get. ਕਿ ਤੁਸੀਂ ਕਹਿੰਦੇ ਹੋ ਵੀ ਇਹਨੂੰ ਪੜ੍ਹਨ ਦਾ ਕੋਈ ਬੜਾ ਮਤਲਬ ਨਹੀਂ ਹੈਗਾ। But my suggestion, read it again and again. Persevere through the boring time. ਤੇ ਮੇਰੇ ਤੁਹਾਨੂੰ ਆਪਣਾ ਆਗਾਹ ਕਰਨਾ ਕਿ ਤੁਸੀਂ ਬਾਰ-ਬਾਰ ਪੜੋ ਤੇ ਉਹਦੇ 'ਚ ਮਨ ਲਗਾ ਕੇ ਦੇਖੋ। Speaking vanity means empty talk also. ਦੁਸ਼ਟ ਗੱਲਾਂ ਮਤਲਬ ਹੈ ਮਤਲਬ ਖਾਲੀ ਗੱਲਾਂ ਕਰਨਾ। You see, somebody says, it's not in the Bible, but it said empty vessels make more noise. ਵਚਨ ਤਾਂ ਨਹੀਂ ਹੈਗਾ ਪਰ ਲਿਖਿਆ ਜਿਹੜੇ ਖਾਲੀ ਭਾਂਡੇ ਹੁੰਦੇ ਨੇ ਉਹ ਜ਼ਿਆਦਾ ਆਵਾਜ਼ ਕਰਦੇ ਨੇ। That is the only thing I felt that it should have been in God's word. It would have been good. ਮੈਂ ਇਹੋ ਸੋਚਿਆ ਵੀ ਇਹੋ ਗੱਲ ਹੈਗੀ ਜੇ ਰੱਬ ਦੇ ਵਚਨ ਹੀ ਸ਼ਾਇਦ ਹੁੰਦੀ ਤਾਂ ਬਿਹਤਰ ਸੀ। Because the more we are empty, the more noise we make. ਜਿੰਨੇ ਜ਼ਿਆਦਾ ਅਸੀਂ ਖਾਲੀ ਹੁੰਨੇ ਆ ਓਨਾ ਜ਼ਿਆਦਾ ਸ਼ੋਰ ਕਰਨੇ We ਆ। talk, we joke, we cover up the emptiness with all these things. ਅਸੀਂ ਆਪਣਾ ਖਾਲੀਪਨ ਜਿਹੜਾ ਹੈਗਾ ਹੈ ਉਹ ਝੂਠੇ ਮਜ਼ਾਕ ਕਰਕੇ ਪੂਰਾ ਕਰਨੇ ਆ। Ephesians 5:4 clearly says, ਇਫਸੀਆਂ 5:4 ਕਹਿੰਦਾ ਪਰ neither filthiness, nor foolish talking, nor jesting, which are convenient, but rather giving of thanks. और ना निर्लज्जता ना मूर्खता की बात ना ठट्ठे की, क्योंकि ये बातें सोती नहीं वरन धन्यवाद ही सुना जाए। Non-veg jokes come under this category. You heard, everybody in India knows what is non-veg jokes. ਜਿਹੜੇ ਆਪਣਾ ਨੌਨ ਵੈਜ ਜੋਕਸ ਨੇ ਉਹ ਨਹੀਂ ਕਰਨੇ ਚਾਹੀਦੇ। It is not for believers to speak these things. ਵਿਸ਼ਵਾਸੀਆਂ ਵਾਸਤੇ ਬੋਲਣਾ ਨਹੀਂ ਠੀਕ ਹੈਗਾ। You see, God, the very drive in our bodies, in our flesh to speak vanity comes from the flesh. ਕਿਉਂਕਿ ਜਿਹੜਾ ਸਾਡਾ ਸਰੀਰ ਹੈਗਾ ਉਹਨੂੰ ਅੱਛਾ ਲੱਗਦਾ ਹੈ ਕਿ ਜਦੋਂ ਅਸੀਂ ਬੇਕਾਰ ਦੀ ਗੱਲਾਂ ਕਰਦੇ ਹਾਂ। There is a drive in our flesh to do it. ਸਾਡਾ ਸਰੀਰ ਨੂੰ ਅੱਛਾ ਲੱਗਦਾ ਹੈ। Not अच्छा लगता है, उसमें जोर है वो करने के लिए. ਸਾਡੇ ਸਰੀਰ ਹੀ ਜ਼ੋਰ ਹੈਗਾ ਕਰਨ ਵਾਸਤੇ। It is a drive to do it. ਜ਼ੋਰ ਹੈਗਾ ਕਰਨ ਵਾਸਤੇ। Sometimes we may not do it in the voice, but we will do it in our hearts. ਕਈ ਵਾਰ ਅਸੀਂ ਬੋਲ ਕੇ ਨਹੀਂ ਕਰਦੇ ਪਰ ਆਪਣੇ ਦਿਲ ਵਿੱਚ ਕਰਨੇ ਆ। Fasting helps us in many ways. ਉਪਵਾਸ ਜਿਹੜਾ ਹੈਗਾ ਉਹ ਸਾਨੂੰ ਬਹੁਤ ਕੰਮਾਂ 'ਚ ਮਦਦ ਕਰਦਾ ਹੈ। So I recommend that every one of you start your life, this journey into fasting and prayer. ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਕਿ ਆਪਾਂ ਸਾਰੇ ਉਪਵਾਸ ਤੇ ਪ੍ਰਾਰਥਨਾ ਦਾ ਜੀਵਨ ਸ਼ੁਰੂ ਕਰੀਏ। As we close, I want to answer that question, how to fast. ਤੇ ਜਿਵੇਂ ਆਪਾਂ ਖਤਮ ਕਰਾਂਗੇ ਮੈਂ ਦੱਸਾਂਗਾ ਵੀ ਕਿਵੇਂ ਆਪਾਂ ਉਪਵਾਸ ਰੱਖਣਾ। Number 1, ਪਹਿਲਾ speak to your family physician that you intend to fast. ਆਪਣੇ ਡਾਕਟਰ ਨਾਲ ਗੱਲ ਕਰੋ ਕਿ ਤੁਸੀਂ ਉਪਵਾਸ ਰੱਖਣਾ ਚਾਹੁੰਦੇ ਹੋ। So once you finalized a plan, when you start to fast, few days before you fast, eat salads and try to not to eat much of anything else. ਤੇ ਜਦੋਂ ਤੁਸੀਂ ਉਪਵਾਸ ਦਾ ਫੈਸਲਾ ਕਰ ਲਓ ਤੇ ਸ਼ੁਰੂ ਵਿੱਚ ਕਿ ਸਾਗ ਪਾਤ ਖਾਓ। Because salad will reduce the cravings of the flesh. ਕਿਉਂਕਿ ਜਿਹੜਾ ਸਾਗ ਪਾਤ ਹੈਗਾ ਉਹ ਤੁਹਾਡੇ ਸਰੀਰ ਦੀ ਜਿਹੜੀ ਕ੍ਰੇਵਿੰਗ ਹੈਗੀ ਹੈ ਭੋਜਨ ਦੀ ਉਹ ਘੱਟ ਕਰਦਾ ਹੈ। Start with 1 day fast. ਇੱਕ ਦਿਨ ਦੇ ਉਪਵਾਸ ਤੋਂ ਸ਼ੁਰੂ ਕਰੋ। Do it a few times. ਕੁਛ ਵਾਰੀ ਕਰੋ। Try to spend time with God. ਰੱਬ ਨਾਲ ਸਮੇਂ ਬਿਤਾਓ। Let's say you cannot take time off, ਮੰਨ ਲਓ ਤੁਸੀਂ ਸਮੇਂ ਆਪਣਾ ਛੁੱਟੀ ਨਹੀਂ ਲੈ ਸਕਦੇ but in your mind,
Focus on God. ਪਰ ਆਪਣੇ ਦਿਲ ਵਿੱਚ ਰੱਬ ਦੇ ਦਿਮਾਗ ਲਗਾਓ। How can I do that, brother? ਮੈਂ ਕਿਸ ਤਰ੍ਹਾਂ ਕਰ ਸਕਦਾ? Brother or sister, if your child is sick, even if you are working, where is your mind? ਜੇ ਤੁਹਾਡਾ ਬੱਚਾ ਬਿਮਾਰ ਹੁੰਦਾ ਹੈ, ਭਾਵੇਂ ਤੁਸੀਂ ਕੰਮ ਕਰ ਰਹੇ ਹੋ, ਤੁਹਾਡਾ ਮਨ ਕਿੱਥੇ ਹੁੰਦਾ ਹੈ? It's on the work. ਕਿਆ ਕੰਮ ਤੇ ਹੁੰਦਾ ਹੈ? I will bet it is not on the work. Where is it? ਮੇਰਾ ਵਿਸ਼ਵਾਸ ਹੈ ਕੰਮ ਤੇ ਨਹੀਂ ਹੁੰਦਾ, On the sick child. ਬਿਮਾਰ ਬੱਚੇ ਤੇ ਹੁੰਦਾ The ਹੈ। same thing. ਉਸੇ ਤਰ੍ਹਾਂ Focus on God. ਪਰਮੇਸ਼ਵਰ ਤੇ ਨਿਗਾਹ ਰੱਖੋ। We can't give excuse, oh brother, I am working, how I can concentrate on God. Rubbish. ਤੁਸੀਂ ਇਹ ਉਹ ਆਪਣਾ ਕੀ ਕਹਿੰਦੇ ਨੇ, ਇਹ ਨਹੀਂ ਕਹਿ ਸਕਦੇ ਬਹਾਨਾ ਕਿ ਮੈਂ ਕੰਮ ਕਰਦਾ ਪਿਆ। Then progress to 2-day, 3-day fast. ਉਸ ਤੋਂ ਬਾਅਦ 2 ਦਿਨ ਜਾਂ 3 ਦਿਨ ਦਾ ਉਪਵਾਸ ਕਰੋ। Don't attempt 21-day, 40-day fast right away. ਇੱਕਦਮ 21 ਜਾਂ 40 ਦਿਨ ਦਾ ਸ਼ੁਰੂਆਤ ਨਾ Then I ਕਰੋ। have to come to see you in the hospital. You are increasing my work. ਫਿਰ ਉਸੇ ਮੈਨੂੰ ਤੁਹਾਨੂੰ ਹਸਪਤਾਲ ਦੇਖਣ ਆਣਾ ਪਏ। Don't forget to take fluids. ਜਿਹੜਾ ਆਪਣਾ ਤਰਲ ਪਦਾਰਥ ਲੈਣਾ ਨਾ ਛੱਡੋ। If you fail, don't be depressed. Start again. ਜੇ ਤੁਹਾਨੂੰ ਪੂਰਾ ਨਾ ਕਰ ਸਕੋ ਤੇ ਆਪਣੇ ਆਪ ਨੂੰ ਤਾੜਨਾ ਦੇ Don't ਦਿਓ। condemn yourself. ਆਪਣੇ ਆਪ ਨੂੰ ਦੋਸ਼ ਨਾ ਲਾਓ। You are starting on a journey to discover your flesh. ਤੁਸੀਂ ਉਸ ਯਾਤਰਾ 'ਚ ਹੈਗੇ ਹੋ ਜਿੰਦੇ ਤੁਸੀਂ ਆਪਣੇ ਸਰੀਰ ਦੇ ਕੰਮਾਂ ਦੇ ਬਾਰੇ ਪਤਾ Right now your flesh is strong, so you will definitely be defeated sometimes. ਇਸ ਟਾਈਮ ਤੁਹਾਡਾ ਜਿਹੜਾ ਸਰੀਰ ਹੈਗਾ ਉਹ ਮਜ਼ਬੂਤ ਹੈਗਾ, ਇਸ ਕਰਕੇ ਬਹੁਤ ਹੋ ਸਕਦਾ ਵੀ ਤੁਸੀਂ ਹਾਰ ਜਾਓ। I'll tell you one funny story. ਇੱਕ ਤੁਹਾਨੂੰ ਫਨੀ ਗੱਲ ਸੁਣਾਉਣਾ। When I was working, some days, one day I decided I'm going to fast. ਜਦੋਂ ਮੈਂ ਕੰਮ ਕਰਦਾ ਸੀ ਮੈਂ ਸੋਚਿਆ ਹੁਣ ਮੈਂ ਉਪਵਾਸ ਕਰਾਂਗਾ। The day I decided to fast, ਜਿਸ ਦਿਨ ਫੈਸਲਾ ਕੀਤਾ, some customer brought donuts and everything. That day only, last 1 month, nobody brought anything. The day I decided to fast, they brought this. ਤੇ ਜਿਸ ਦਿਨ ਮੈਂ ਉਪਵਾਸ ਕੀਤਾ ਸੀ ਮਹੀਨੇ ਤੱਕ ਕੋਈ ਲੈ ਕੇ ਨਹੀਂ ਆਇਆ ਸੀ, ਉਸੇ ਦਿਨ ਕੋਈ ਡੋਨਟ ਲਾਇਆ। It was a pattern. Whenever I will fast, somebody brings breakfast, somebody brings this, somebody brings that. And I have to tell them I'm fasting, I cannot this thing. And I don't want to say I'm fasting. It's a big war. But that's what the flesh does. That's what devil does. He doesn't like you to fast. ਤੇ ਸ਼ੈਤਾਨ ਕੀ ਕਰਦਾ, ਜਦੋਂ ਵੀ ਤੁਸੀਂ ਫੈਸਲਾ ਕਰਦੇ ਹੋ ਉਸ ਟਾਈਮ ਕੰਮ ਤੇ ਕੋਈ ਨਾ ਕੋਈ ਬੰਦਾ ਚੀਜ਼ਾਂ ਲੈ ਆਉਂਦਾ ਹੈ ਤੇ ਤੁਹਾਨੂੰ ਦੱਸਣਾ ਪੈਂਦਾ ਹੈ ਵੀ ਤੁਸੀਂ ਨਹੀਂ ਖਾ ਸਕਦੇ ਕਿਉਂਕਿ ਤੁਸੀਂ ਉਪਵਾਸ ਕਰ ਰਹੇ ਹੋ। That's why we have the M temples. You know M temple? Who knows M temple? Every parent knows M temple. ਓਕੇ, ਮੈਕਡੋਨਲਡ ਟੈਂਪਲਸ, And pizza temples. ਪੀਜ਼ਾ ਦੇ ਟੈਂਪਲ, Burger temples. It's all lots of temples in this world which we are members of. ਬਹੁਤ ਸਾਰੇ ਮੰਦਰ ਨੇ ਜਿਨ੍ਹਾਂ ਦੇ ਅਸੀਂ ਮੈਂਬਰ ਹੈਗੇ ਆ। We are members because it is the most convenient thing. You order pizza, it's easy, right? Nothing wrong in it. What I'm trying to say is that when you're fasting, we should miss food with the reason that our flesh can be exposed. ਕਿ ਅਸੀਂ ਜਦੋਂ ਉਪਵਾਸ ਕਰਦੇ ਹਾਂ ਅਸੀਂ ਇਸ ਉਦੇਸ਼ ਨਾਲ ਕਰੀਏ ਕਿ ਸਾਨੂੰ ਜਿਹੜੇ ਸਰੀਰ ਦੀ ਕਮੀਆਂ ਨੇ ਉਹ ਨਜ਼ਰ ਆਣ। So I leave this with you. ਹੁਣ ਤੁਹਾਡੇ ਤੇ ਮੈਂ ਛੋੜਦਾ। Read Isaiah 58. ਇਜ਼ਾਇਆ 58 ਪੜੋ, Read Matthew 6. ਮਤੀ 6। See what Lord Jesus talking about fasting. ਦੇਖੋ ਪ੍ਰਭੂ ਯਿਸੂ ਮਸੀਹ ਨੇ ਉਪਵਾਸ ਬਾਰੇ ਕੀ ਕਿਹਾ ਹੈ। Don't read about Moses right away, please. ਸਿੱਧਾ ਮੂਸਾ ਬਾਰੇ ਨਾ ਪੜੋ। 40-day, 40-night fasting you don't need to do. ਤੁਹਾਨੂੰ 40 ਦਿਨ ਚੱਲ ਰਹਾ ਤਾਂ ਉਪਵਾਸ ਕਰਨ ਲੋੜ ਨਹੀਂ You ਹੈ। have to progress to it. ਤੁਹਾਨੂੰ ਉਹਦੇ ਹੌਲੀ ਹੌਲੀ ਅੱਗੇ ਵਧਣਾ ਹੈ। It took Moses almost 40 years to reach that point. ਮੂਸਾ ਨੂੰ 40 ਸਾਲ ਲੱਗੇ ਉਸ ਜਗ੍ਹਾ ਪਹੁੰਚਣ। So it won't happen for you in 1 day, 2 days. ਤੇ ਤੁਹਾਡੇ ਵਾਸਤੇ 1 ਜਾਂ 2 ਦਿਨ ਵਿੱਚ ਨਹੀਂ ਹੋਏਗਾ। Start small. ਥੋੜੇ ਤੋਂ ਸ਼ੁਰੂ ਕਰੋ। God will help you. God will lead you further. When you start to look at the glory of God, when you start to hear God, when you see the glory of God, when the light of God comes out of your life, you will be encouraged to do more. And that time you'd start doing more. ਤੇ ਤੁਸੀਂ ਸ਼ੁਰੂਆਤ ਕਰੋ, ਫਿਰ ਜਦੋਂ ਜਿਵੇਂ ਪਰਮੇਸ਼ਰ ਜਲਾਲ ਤੁਹਾਡੇ ਤੇ ਆਪਣਾ ਲੱਗੇ, ਪਰਮੇਸ਼ਰ ਤੁਹਾਡੇ ਨਾਲ ਗੱਲਬਾਤ ਕਰੇ, ਤੁਹਾਨੂੰ ਰਸਤਾ ਦਿਖਾਏ, ਫਿਰ ਤੁਸੀਂ ਉਸ ਕੰਮ ਵਿੱਚ ਅੱਗੇ ਵਧੋ। Let's bow our head, close our eyes. ਅੱਖਾਂ ਬੰਦ ਕਰਾਂਗੇ, ਸਿਰਾਂ ਝੁਕਾਵਾਂਗੇ। Loving Father, we just thank you and praise you. Thank you, Lord, for your wonderful love, for your word. You have given us every means of living a spiritual life in your word. We pray, Lord, that we will grab it, jump on it and run with it, Lord Father.
that we will be, Lord, children who are showing the light of glory of God in our lives, that our righteousness will run in front of us, that your glory will be our reward, Lord Father. We ask, Lord, for your mercy. We ask for your mercy. We commit everyone who has heard this, Lord. Let this seed be fallen on good ground, that it may bring forth 30, 60, 100-fold fruit. Thank you, Father. We give you glory. In the name of our Lord Jesus, we pray. Amen.